ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਾਂਗੇ ਰੀਅਲ ਨੰਬਰ ਬਾਰੇ। ਤਾਂ ਰੀਅਲ ਨੰਬਰ ਵਿੱਚ ਆਪਾਂ ਪਹਿਲਾਂ ਟਰਮੀਨੋਲੋਜੀਜ਼ ਦੀ ਗੱਲ ਕਰ ਲੈਂਦੇ ਹਾਂ। ਪਹਿਲੀ ਟਰਮੀਨੋਲੋਜੀ ਹੈ ਨੈਚੁਰਲ ਨੰਬਰ। ਨੈਚੁਰਲ ਨੰਬਰ ਨੂੰ ਬੇਸਿਕਲੀ ਕਾਊਂਟਿੰਗ ਨੰਬਰ ਵੀ ਕਹਿੰਦੇ ਆ ਤੇ 1 ਤੋਂ ਸਟਾਰਟ ਹੁੰਦੇ ਆ ਤੇ ਇਨਫਾਈਨਾਈਟ ਤੱਕ ਮੂਵ ਕਰਦੇ ਆ। ਅਗਰ ਆਪਾਂ ਨੂੰ ਕੋਈ ਵੀ ਨੈਚੁਰਲ ਨੰਬਰ ਆਬਟੇਨ ਕਰਨਾ ਹੈ ਤਾਂ ਆਪਾਂ ਪ੍ਰੀਵੀਅਸ ਨੰਬਰ ਵਿੱਚ 1 ਐਡ ਕਰ ਸਕਦੇ ਹਾਂ ਤੇ ਆਪਾਂ ਨੈਕਸਟ ਨੈਚੁਰਲ ਨੰਬਰ ਆਬਟੇਨ ਕਰ ਸਕਦੇ ਹਾਂ। ਨੈਚੁਰਲ ਨੰਬਰ ਬਾਅਦ ਆਉਂਦੇ ਆ ਹੋਲ ਨੰਬਰਸ। ਜੇ ਆਪਣੇ ਕੋਲ ਨੈਚੁਰਲ ਨੰਬਰ ਦੇ ਕਲੈਕਸ਼ਨ ਵਿੱਚ ਜੇ ਆਪਾਂ 0 ਐਡ ਔਨ ਕਰ ਦਈਏ ਤਾਂ ਆਪਣੇ ਕੋਲ ਜਿਹੜੇ ਨੰਬਰ ਹੋਣਗੇ ਉਹ ਹੋਣਗੇ ਹੋਲ ਨੰਬਰਸ। ਉਹਨਾਂ ਹੀ ਹੋਲ ਨੰਬਰ ਦੇ ਵਿੱਚ ਜੇ ਆਪਾਂ ਨੈਚੁਰਲ ਨੰਬਰਸ ਦੇ ਨੈਗੇਟਿਵਸ ਐਡ ਕਰ ਦਈਏ ਤਾਂ ਆਪਣੇ ਕੋਲ ਇੰਟੀਜਰਸ ਮਿਲਣਗੇ, ਜਿਵੇਂ 1 ਦਾ ਨੈਗੇਟਿਵ -1, 2 ਦਾ ਨੈਗੇਟਿਵ -2, 3 ਦਾ ਨੈਗੇਟਿਵ -3। ਜੇ ਆਪਣੇ ਕੋਲ ਆ ਹੋਲ ਨੰਬਰਸ ਹੈ, ਇਹਦੇ ਵਿੱਚ ਆਪਾਂ ਨੈਗੇਟਿਵ ਐਡ ਕਰ ਰਹੇ ਹਾਂ ਨੈਚੁਰਲ ਨੰਬਰਸ ਤੇ ਆਪਾਂ ਨੂੰ ਕੀ ਓਬਟੇਨ ਹੋ ਰਿਹਾ, ਇੰਟੀਜਰਸ ਓਬਟੇਨ ਹੋ ਰਿਹਾ। ਸੋ ਨੈਕਸਟ ਟੌਪਿਕ ਇਜ਼ ਰੇਸ਼ਨਲ ਨੰਬਰ ਕੀ ਹੁੰਦੇ ਆ। ਤਾਂ ਰੇਸ਼ਨਲ ਨੰਬਰ ਬਾਰੇ ਆਪਾਂ 9th ਵਿੱਚ ਗੱਲ ਕੀਤੀ ਸੀਗੀ ਕਿ ਰੇਸ਼ਨਲ ਨੰਬਰ ਉਹ ਸਾਰੇ ਨੰਬਰ ਹੁੰਦੇ ਆ ਜਿਨ੍ਹਾਂ ਨੂੰ ਆਪਾਂ p ਅਪੋਨ q ਦੀ ਫਾਰਮ ਵਿੱਚ ਲਿਖ ਸਕਦੇ ਹਾਂ ਤੇ ਵੇਅਰ p ਐਂਡ q ਆਰ ਇੰਟੀਜਰਸ ਤੇ ਉਹਨਾਂ ਦਾ ਡਿਨੋਮੀਨੇਟਰ ਪਾਰਟ ਕੀ ਨਹੀਂ ਹੋਣਾ ਚਾਹੀਦਾ, 0 ਨਹੀਂ ਹੋਣਾ ਚਾਹੀਦਾ। 2 ਲਿਖ ਸਕਦੇ ਹਾਂ ਆਪਾਂ 7 ਅਪੋਨ 3 -7 ਅਪੋਨ 9 0 ਐਂਡ -5। ਆਪਾਂ ਚੈੱਕ ਕਰਦੇ ਹਾਂ ਕਿ ਜੋ ਇਹ ਐਗਜ਼ਾਮਪਲ ਆ ਰੇਸ਼ਨਲ ਨੰਬਰ ਦੇ ਹੈ। ਸੋ 2 ਨੂੰ ਆਪਾਂ 2 ਅਪੋਨ 1 ਲਿਖ ਸਕਦੇ ਹਾਂ। ਇਟ ਮੀਨਸ this is p upon q form where 2 and 1 are integers and denominator part not equals to 0, so this is a rational number। ਜੇ ਆਪਾਂ ਇਹਦੀ ਗੱਲ ਕਰੀਏ p upon q ਦੀ ਫਾਰਮ ਵਿੱਚ ਹੈ ਤੇ p ਇਹਦੇ ਵਿੱਚ 7 है तो q यहाँ पे 3 है। p upon q की फॉर्म में है और p एंड q इंटीजर भी और डिनोमिनेटर पार्ट क्या नहीं है, 0 नहीं है, सो दिस इज ऑल्सो अ रेशनल नंबर। -7 upon 9, this is also a rational number because -7 and 9 are integers and denominator part not equals to 0, so this is also rational number। so 0 ਨੂੰ ਆਪਾਂ 0 upon 1 ਵੀ ਲਿਖ ਸਕਦੇ ਹਾਂ, this is p upon q form। ਤੇ 0 and 1 are integers ਤੇ denominator part ਇਹਦੇ ਵਿੱਚ ਕੀ ਨਹੀਂਗਾ, 0 ਨਹੀਂਗਾ, so this is also a rational number। ਅਗਰ ਆਪਾਂ -5 ਦੀ ਗੱਲ ਕਰੀਏ ਤਾਂ -5 ਨੂੰ ਵੀ -5 upon 1 ਲਿਖ ਸਕਦੇ ਹਾਂ ਔਰ ਆ ਕੀ ਹੋ ਗਿਆ, p upon q ਦੀ ਫਾਰਮ ਵਿੱਚ ਹੋ ਗਿਆ ਤੇ ਇੱਥੇ -5 ਐਂਡ 1 ਜੋ ਦੋਨੇ ਹੈ ਉਹ ਇੰਟੀਜਰਸ ਹੈ ਤੇ डिनोमिनेटर पार्ट 0 ਨਹੀਂਗਾ, ਤਾਂ ਆ ਵੀ ਕੀ ਹੈ, ਰੇਸ਼ਨਲ ਨੰਬਰ ਹੈ। ਜੋ ਰੇਸ਼ਨਲ ਨੰਬਰ ਨਹੀਂ ਹੈ, ਫॉर एग्जांपल ਆਪਾਂ एक एग्जांपल ले लें, जैसे 2 अपॉन 0, दिस इज नॉट अ रेशनल नंबर। p अपॉन q की फॉर्म में तो हमने लिख लिया है इसको, लेकिन यहाँ पे 2 और 0 इंटीजर्स भी है, लेकिन जो डिनोमिनेटर पार्ट है वो क्या हो गया, इसमें 0 हो गया, सो दिस मीन्स दिस इज नॉट अ रेशनल नंबर। आ अपना रेशनल नंबर नहीं गा। ਨੈਕਸਟ ਇਜ਼ ਡੈਸੀਮਲ ਐਕਸਪ੍ਰੈਸ਼ਨਸ। ਆਪਾਂ ਕਈ ਵਾਰ ਡੈਸੀਮਲ ਐਕਸਪ੍ਰੈਸ਼ਨ ਦੇਖੀ ਨਾ, ਜਿਵੇਂ 2.75, ਤਾਂ ਡੈਸੀਮਲ ਬਾਅਦ ਸਿਰਫ 2 ਹੀ ਡਿਜਿਟਸ ਆਏ ਤੇ ਡੈਸੀਮਲ ਐਕਸਪ੍ਰੈਸ਼ਨ ਜਿਹੜਾ ਹੈ ਉਹ ਕੀ ਹੋ ਗਿਆ, ਟਰਮੀਨੇਟ ਹੋ ਗਿਆ। ਕਈ ਵਾਰ ਡੈਸੀਮਲ ਐਕਸਪ੍ਰੈਸ਼ਨ ਐਵੇਂ ਵੀ ਹੁੰਦਾ ਹੈ ਵੀ ਉਹ ਟਰਮੀਨੇਟ ਨਹੀਂ ਹੁੰਦਾ। ਜੇ ਉਹ ਟਰਮੀਨੇਟ ਨਹੀਂ ਹੁੰਦਾ ਤਾਂ ਪੱਕਾ ਉਹ ਰਿਪੀਟ ਕਰੂਗਾ ਜਾਂ ਫਿਰ ਰਿਪੀਟ ਨਹੀਂ ਕਰੂਗਾ। ਆਪਾਂ ਇੱਕ ਇੱਕ ਕਰਕੇ ਐਗਜ਼ਾਮਪਲ ਕਰਦੇ ਹਾਂ ਤੇ ਆਪਾਂ ਚੈੱਕ ਕਰਦੇ ਹਾਂ ਕਿ ਕਿਹੜੇ ਇਹਨਾਂ ਵਿੱਚੋਂ ਡੈਸੀਮਲ ਐਕਸਪ੍ਰੈਸ਼ਨ ਹੈਗੇ ਆ ਰੇਸ਼ਨਲ ਹੈ ਤੇ ਕਿਹੜੇ ਰੇਸ਼ਨਲ ਨਹੀਂਗੇ। ਜਿਵੇਂ 2.75 ਹੈ, ਇਹ ਡੈਸੀਮਲ ਐਕਸਪ੍ਰੈਸ਼ਨ ਟਰਮੀਨੇਟ ਹੋ ਗਿਆ। ਜਿਵੇਂ ਮੈਂ ਸਿਰਫ 2 ਹੀ ਲਿਖਦਾ ਤਾਂ ਇਹਦਾ ਡੈਸੀਮਲ ਐਕਸਪ੍ਰੈਸ਼ਨ 2.0 ਹੀ तो बनूंगा, 2.0 ਕੀ ਬਣ ਜਾਊਗਾ, ਵਾਪਸ 2 ਬਣ ਜਾਊਗਾ, ਤਾਂ ਡੈਸੀਮਲ ਐਕਸਪ੍ਰੈਸ਼ਨ ਕੀ ਹੋ ਗਿਆ, ਟਰਮੀਨੇਟ ਹੋ ਗਿਆ। ਤੇ ਜਿਵੇਂ ਹੋਰ ਕੋਈ ਆਪਾਂ ਨੰਬਰ ਲਿਖੀਏ 3.721689, ਤਾਂ ਜਿਹੜਾ ਇਹਦਾ ਡੈਸੀਮਲ ਐਕਸਪ੍ਰੈਸ਼ਨ ਹੈ ਆਫਟਰ 6 ਡਿਜਿਟ ਤੋਂ ਬਾਅਦ ਕੀ ਹੋ ਗਿਆ, ਟਰਮੀਨੇਟ ਹੋ ਗਿਆ। ਤਾਂ ਐਵੇਂ ਦੇ ਨੰਬਰ ਜਿਨ੍ਹਾਂ ਦਾ ਡੈਸੀਮਲ ਐਕਸਪ੍ਰੈਸ਼ਨ ਕੀ ਹੋ ਜਾਂਦਾ, ਟਰਮੀਨੇਟ ਹੋ ਜਾਂਦਾ, ਉਹਨਾਂ ਨੂੰ ਕੀ ਕਹਿੰਦੇ ਆ, ਰੇਸ਼ਨਲ ਨੰਬਰ ਕਹਿੰਦੇ ਆ। ਐਵੇਂ ਦੇ ਨੰਬਰ ਜਿਨ੍ਹਾਂ ਦਾ ਡੈਸੀਮਲ ਐਕਸਪ੍ਰੈਸ਼ਨ ਜਿਹੜਾ ਹੈਗਾ ਉਹ ਟਰਮੀਨੇਟ ਵੀ ਨਹੀਂ ਹੁੰਦਾ ਲੇਕਿਨ ਰਿਪੀਟ ਕਰਨ ਲੱਗ ਜਾਂਦਾ ਹੈ, ਜਿਵੇਂ 0.3333 ਐਂਡ ਸੋ ਔਨ, ਜਾਂ ਫਿਰ 0.98 98 98 ਐਂਡ ਸੋ ਔਨ, ਜਾਂ ਫਿਰ 0.521 521 ਐਂਡ ਸੋ ਔਨ। ਐਵੇਂ ਦੇ ਨੰਬਰ ਜਿਨ੍ਹਾਂ ਦਾ ਡੈਸੀਮਲ ਐਕਸਪ੍ਰੈਸ਼ਨ ਨਾ ਹੀ ਤਾਂ ਟਰਮੀਨੇਟ ਹੋ ਰਿਹਾ ਪਰ ਕੀ ਕਰ ਰਿਹਾ, ਰਿਪੀਟ ਕਰ ਰਿਹਾ, ਉਹਨਾਂ ਨੂੰ ਵੀ ਆਪਾਂ ਕੀ ਕਹਿ ਦਿੰਦੇ ਆ, ਰੇਸ਼ਨਲ ਨੰਬਰ ਕਹਿ ਦਿੰਦੇ ਆ। ਪਰ ਐਵੇਂ ਦੇ ਡੈਸੀਮਲ ਐਕਸਪ੍ਰੈਸ਼ਨ ਫॉर एग्जांपल 0.10 100 1000 ਐਂਡ ਸੋ ਔਨ, ਜਿਵੇਂ 0.9812345173 ਐਂਡ ਸੋ ਔਨ। ਐਵੇਂ ਦੇ ਡੈਸੀਮਲ ਐਕਸਪ੍ਰੈਸ਼ਨਸ ਜਿਨ੍ਹਾਂ ਜਿਹੜੇ ਕਿ ਕੀ ਨਹੀਂ ਕਰਦੇ, ਨਾ ਹੀ ਤਾਂ ਟਰਮੀਨੇਟ ਕਰਦੇ ਤੇ ਨਾ ਹੀ ਕੀ ਕਰਦੇ ਆ, ਰਿਪੀਟ ਕਰਦੇ ਆ,
ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਇਰੀਰੇਸ਼ਨਲ ਨੰਬਰ ਕਹਿ ਦਿੰਦੇ ਹਾਂ। ਜਿਵੇਂ ਇੱਥੇ ਪਹਿਲਾਂ 10 ਲਿਖਿਆ ਹੋਇਆ, ਫਿਰ 100 ਹੋ ਗਿਆ, ਫਿਰ 1000 ਹੋ ਗਿਆ। तो कोई पैटर्न नहीं गा, जिवें 10 10 10 या फिर 100 100 100। ਇਹਦੇ ਵਿੱਚ ਕੀ ਹੈ, ਪਹਿਲਾਂ 10 ਹੈ, ਫਿਰ 100 ਹੈ, ਫਿਰ 1000 ਹੈ, ਫਿਰ ਇਹ ਤੋਂ ਬਾਅਦ 10000 ਵੀ ਹੋ ਸਕਦਾ ਹੈ। ਇਦਾਂ ਕਰਕੇ ਕੋਈ ਵੀ ਨੰਬਰ ਸਪੈਸੀਫਿਕਲੀ ਰਿਪੀਟ ਨਾ ਕਰੇ, ਉਹਨਾਂ ਨੂੰ ਕੀ ਕਹਿੰਦੇ ਆ ਆਪਾਂ, ਇਰੀਰੇਸ਼ਨਲ ਨੰਬਰ ਕਹਿੰਦੇ ਆ। ਤੇ ਜਿਵੇਂ ਸੈਕੰਡ ਐਗਜ਼ਾਮਪਲ ਵਿੱਚ ਤਾਂ ਕੋਈ ਵੀ ਨੰਬਰ ਰਿਪੀਟ ਨਹੀਂ ਕਰ ਰਿਹਾ, ਤਾਂ ਇਹ ਵੀ ਕੀ ਹੋ ਗਿਆ, ਹਮਾਰਾ ਇਰੀਰੇਸ਼ਨਲ ਨੰਬਰ ਹੋ ਗਿਆ। ਨਾ ਹੀ ਇਹ ਟਰਮੀਨੇਟ ਕਰ ਰਿਹਾ ਐਕਸਪ੍ਰੈਸ਼ਨ, ਤੇ ਨਾ ਹੀ ਇਹ ਕੋਈ ਰਿਪੀਟ ਕਰ ਰਿਹਾ। ਤਾਂ ਆਪਾਂ ਕਨਕਲੂਜਨ ਦੇ ਵਿੱਚ ਇਦਾਂ ਲਿਖ ਸਕਦੇ ਹਾਂ ਕਿ ਆ ਜਿਹੜੇ ਦੋਨੇ ਨੰਬਰਸ ਹੈਗੇ ਆ ਡੈਸੀਮਲ ਐਕਸਪ੍ਰੈਸ਼ਨ ਦੇ ਵਿੱਚ, ਜਿਹੜੇ ਕਿ ਡੈਸੀਮਲ ਬਾਅਦ ਐਕਸਪ੍ਰੈਸ਼ਨ ਜਿਹੜਾ ਟਰਮੀਨੇਟ ਕਰ ਜੇ, ਜਾਂ ਫਿਰ ਕੀ ਕਰ ਜੇ, ਟਰਮੀਨੇਟ ਨਾ ਹੋਵੇ ਤਾਂ ਰਿਪੀਟ ਕਰ ਜੇ, ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਰੇਸ਼ਨਲ ਨੰਬਰ ਕਿਹਾ ਜਾਂਦਾ ਹੈ। ਤੇ ਇਹਨਾਂ ਦੇ ਪੀ ਅਪੋਨ ਕਿਊ ਫਾਰਮ ਆਪਾਂ ਲਿਖ ਸਕਦੇ ਹਾਂ। ਇਹਨਾਂ ਦੀ ਆਪਾਂ ਪੀ ਅਪੋਨ ਕਿਊ ਫਾਰਮ ਨਹੀਂ ਲਿਖ ਸਕਦੇ। ਇਹਨਾਂ ਨੂੰ ਕੀ ਕਵਾਂਗੇ ਆਪਾਂ, ਹਮੇਸ਼ਾ ਇਰਰੇਸ਼ਨਲ ਨੰਬਰ ਕਵਾਂਗੇ। ਜਿਹੜੇ ਡੈਸੀਮਲ ਨੰਬਰਸ ਨਾ ਹੀ ਟਰਮੀਨੇਟ ਕਰ ਰਹੇ ਆ ਤੇ ਨਾ ਹੀ ਰਿਪੀਟ ਕਰ ਰਹੇ ਆ। ਰੇਸ਼ਨਲ ਨੰਬਰ 'ਚ ਆਪਾਂ ਡੈਸੀਮਲ ਬਿਹੇਵੀਅਰ ਵੀ ਦੇਖ ਲਿਆ। ਜਿਹੜੇ ਟਰਮੀਨੇਟ ਕਰਦੇ, ਜਿਵੇਂ 0.5 ਉਹਨੂੰ ਆਪਾਂ 1/2 ਲਿਖ ਸਕਦੇ ਹਾਂ, ਤੇ ਇਹ ਰੇਸ਼ਨਲ ਨੰਬਰ ਰਹਿਣਗੇ। ਤੇ ਜਿਹੜੇ ਡੈਸੀਮਲ ਐਕਸਪ੍ਰੈਸ਼ਨ ਟਰਮੀਨੇਟ ਨਹੀਂ ਕਰ ਰਹੇ ਪਰ ਰਿਪੀਟ ਕਰ ਰਹੇ ਆ, ਉਹਨਾਂ ਦਾ ਵੀ ਆਪਾਂ ਪੀ ਅਪੋਨ ਕਿਊ ਫਾਰਮ ਲਿਖ ਸਕਦੇ ਹਾਂ। ਉਹ ਵੀ ਕੀ ਰਹਿਣਗੇ, ਰੇਸ਼ਨਲ ਨੰਬਰ ਰਹਿਣਗੇ। ਸੋ ਪੌਜ਼ ਦਿਸ ਵੀਡੀਓ ਟੂ ਨੋਟ ਇਟ ਡਾਊਨ, ਦੈਨ ਵੀ ਮੂਵ ਟੂ ਨੈਕਸਟ ਸਲਾਈਡ। ਸੋ ਇਰਰੇਸ਼ਨਲ ਨੰਬਰ ਦੇ ਬਾਰੇ ਆਪਾਂ ਗੱਲ ਕਰੀਏ, ਤਾਂ ਇਰਰੇਸ਼ਨਲ ਨੰਬਰਸ ਨੂੰ ਆਪਾਂ ਕਦੇ ਵੀ ਪੀ ਅਪੋਨ ਕਿਊ ਦੀ ਫਾਰਮ ਵਿੱਚ ਨਹੀਂ ਲਿਖ ਸਕਦੇ। ਤੇ ਉਹਨਾਂ ਦਾ ਜਿਹੜਾ ਡੈਸੀਮਲ ਬਿਹੇਵੀਅਰ ਰਹਿੰਦਾ, ਉਹ ਮੈਂ ਹੁਣੀ ਦੱਸਿਆ ਕਿ ਨੋਨ ਟਰਮੀਨੇਟਿੰਗ ਐਂਡ ਨੋਨ ਰਿਪੀਟਿੰਗ ਰਹਿੰਦਾ। ਜਿਵੇਂ ਪਾਈ ਦੀ ਵੈਲਿਊ ਹੈ 3.141592565 ਐਂਡ ਸੋ ਔਨ। ਇਹਦੇ ਵਿੱਚ ਕੋਈ ਵੀ ਨੰਬਰ ਜੋ ਹੈ ਆਪਾਂ ਨੂੰ ਰਿਪੀਟ ਨਹੀਂ ਕਰ ਰਿਹਾ, ਤੇ ਆ ਡੈਸੀਮਲ ਐਕਸਪ੍ਰੈਸ਼ਨ ਇਹਦਾ ਟਰਮੀਨੇਟ ਵੀ ਨਹੀਂ ਕਰ ਰਿਹਾ, ਇਸ ਲਈ ਜਿਹੜਾ ਪਾਈ ਹੈ ਉਹ ਕੀ ਹੈ, ਇਰਰੇਸ਼ਨਲ ਨੰਬਰ ਹੈ। ਆਈ ਹੋਪ ਦਿਸ ਇਜ਼ ਕਲੀਅਰ। ਦੈਨ ਸੈਕੰਡ ਟਾਈਪ ਇਜ਼, ਤਾਂ ਟਾਈਪ 1 ਤੇ ਟਾਈਪ 2 ਇਜ਼, टाइप 2 इज जिमें कि √2 एक इरिरेशनल नंबर है, √3 एक इरिरेशनल नंबर है, √5 एक इरिरेशनल नंबर है। रूट ਦੇ ਵਿੱਚ ਜੇ ਆਪਾਂ ਪਰਫੈਕਟ ਸਕੁਅਰ ਨੰਬਰ ਨਾ ਲਿਖੀਏ, ਤਾਂ ਉਹ ਸਾਰੇ ਜਿਹੜੇ ਨੰਬਰ ਰਹਿਣਗੇ ਉਹ ਕੀ ਰਹਿਣਗੇ, ਹਮੇਸ਼ਾ ਇਰਰੇਸ਼ਨਲ ਨੰਬਰ ਰਹਿਣਗੇ। ਜਿਵੇਂ √20 ਇੱਕ ਇਰਰੇਸ਼ਨਲ ਨੰਬਰ ਹੈ, ਪਰ ਜਿਵੇਂ √4 ਹੈ, ਇੱਕ ਇਰਰੇਸ਼ਨਲ ਨੰਬਰ ਨਹੀਂਗਾ, ਕਿਉਂਕਿ ਇਹਦਾ ਜਿਹੜਾ ਆਨਸਰ ਹੈਗਾ ਉਹ ਹਮੇਸ਼ਾ ਕੀ ਆਊਗਾ, 2 ਆਊਗਾ। ਔਰ ਜਿਹੜਾ 2 ਹੈਗਾ ਉਹ ਕੀ ਹੈ, ਰੇਸ਼ਨਲ ਨੰਬਰ। ਓਕੇ, ਜਿਵੇਂ √16 ਨੂੰ ਆਪਾਂ ਸੋਲਵ ਕਰਾਂਗੇ ਤਾਂ ਆਪਣੇ ਕੋਲ ਆਨਸਰ ਆਊਗਾ 4। ਵਾਪਿਸ ਤੋਂ ਆਪਣੇ ਕੋਲ ਕੀ ਆਇਆ, ਇੱਕ ਰੇਸ਼ਨਲ ਨੰਬਰ ਆਇਆ। ਤਾਂ ਅਗਰ ਆਪਾਂ ਰੂਟ ਦੇ ਅੰਦਰ ਅਗਰ ਪਰਫੈਕਟ ਸਕੁਅਰ ਨੰਬਰ ਲਿਖਾਂਗੇ, ਤਾਂ ਹਮੇਸ਼ਾ ਆਨਸਰ ਆਪਣਾ ਕੀ ਆਊਗਾ, ਰੇਸ਼ਨਲ ਆਊਗਾ। ਜੇ ਪਰਫੈਕਟ ਸਕੁਅਰ ਨੰਬਰ ਨਹੀਂ ਲਿਖਾਂਗੇ, ਤਾਂ ਜਿਹੜਾ ਆਪਣਾ ਆਨਸਰ ਆ ਉਹ ਹਮੇਸ਼ਾ ਕੀ ਆਊਗਾ, ਇੱਕ ਇਰਰੇਸ਼ਨਲ ਨੰਬਰ ਆਊਗਾ। ਓਕੇ, ਦਿਸ ਇਜ਼ ਕਲੀਅਰ। ਸੋ ਪਰਫੈਕਟ ਸਕੁਅਰ ਨੰਬਰ ਕਿਹੜੇ ਹੁੰਦੇ, ਇੱਕ ਵਾਰ ਮੈਂ ਦੱਸ ਦਿੰਦਾ। 1 ਦਾ ਸਕੁਅਰ ਜਿਵੇਂ 1 ਹੈ, 2 ਦਾ ਸਕੁਅਰ 4 ਹੁੰਦਾ, 3 ਦਾ ਸਕੁਅਰ 9, 4 ਦਾ ਸਕੁਅਰ 16। ਓਕੇ, ਜਿਹੜੇ ਆਪਾਂ ਨੂੰ ਆ ਨੰਬਰ ਓਬਟੇਨ ਹੋ ਰਹੇ ਆ 1 4 9 16, ਆ ਜਿਹੜੇ ਹੈਗੇ ਇਹ ਕੀ ਕਹਿੰਦੇ ਆ, ਪਰਫੈਕਟ ਸਕੁਅਰ ਨੰਬਰ ਕਹਿੰਦੇ ਆ ਇਹਨਾਂ ਨੂੰ। ਓਕੇ, ਦਿਸ ਇਜ਼ ਕਲੀਅਰ। ਸੋ ਹੁਣ ਆਪਾਂ ਗੱਲ ਕਰਾਂਗੇ ਰੀਅਲ ਨੰਬਰਸ ਕਿਹਨੂੰ ਨੂੰ ਕਹਿੰਦੇ ਆ। ਹਰ ਇੱਕ ਨੰਬਰ ਜੋ ਕਿ ਨੰਬਰ ਲਾਈਨ ਤੇ ਪ੍ਰੈਜ਼ੈਂਟ ਹੁੰਦਾ, ਉਹਨੂੰ ਕੀ ਕਹਿ ਦਿੰਦੇ ਆ ਆਪਾਂ, ਰੀਅਲ ਨੰਬਰ ਕਹਿ ਸਕਦੇ ਹਾਂ। ਜਾਂ ਫਿਰ ਸਾਰੇ ਦੇ ਸਾਰੇ ਰੇਸ਼ਨਲ ਨੰਬਰ ਤੇ ਇਰਰੇਸ਼ਨਲ ਨੰਬਰਸ ਨੂੰ ਮਿਲਾ ਦਿੱਤਾ ਜਾਵੇ ਉਹਦੇ ਸੈੱਟ ਨੂੰ, ਤਾਂ ਵੀ ਆਪਣੇ ਕੋਲ ਕੀ ਮਿਲੂਗਾ, ਇੱਕ ਰੀਅਲ ਨੰਬਰ ਮਿਲੂਗਾ। ਫੈਕਟਰਸ ਕੀ ਹੁੰਦੇ ਆ ਤੇ ਮਲਟੀਪਲਸ ਕੀ ਹੁੰਦੇ ਆ। ਸੋ ਫੈਕਟਰਸ ਉਹ ਸਾਰੇ ਨੰਬਰ ਜਿਹੜੇ ਨੰਬਰਸ ਨੂੰ ਐਗਜ਼ੈਕਟਲੀ ਡਿਵਾਈਡ ਕਰੇ। ਜਿਵੇਂ ਆਪਣੇ ਕੋਲ ਨੰਬਰ ਹੈ 12, 12 ਨੂੰ ਕਿਹੜੇ ਕਿਹੜੇ ਨੰਬਰ ਹੈ ਜੋ ਐਗਜ਼ੈਕਟਲੀ ਡਿਵਾਈਡ ਕਰ ਸਕਦੇ ਆ। ਸੋ ਜਿਵੇਂ 1 12 ਨੂੰ ਕੰਪਲੀਟ ਡਿਵਾਈਡ ਕਰ ਸਕਦਾ ਹੈ, ਜਿਵੇਂ 2 ਵੀ ਨੰਬਰ ਕੰਪਲੀਟ ਡਿਵਾਈਡ ਕਰ ਸਕਦਾ ਹੈ, 3 ਜਿਹੜਾ ਨੰਬਰ ਹੈਗਾ ਉਹ ਵੀ ਕੰਪਲੀਟ ਡਿਵਾਈਡ ਕਰ ਸਕਦਾ ਹੈ, 4 ਵੀ ਕੰਪਲੀਟ ਡਿਵਾਈਡ ਕਰ ਸਕਦਾ ਹੈ, ਇਹਦੇ ਇਲਾਵਾ 6 ਡਿਵਾਈਡ ਕਰ ਸਕਦਾ ਹੈ, ਇਹਦੇ ਇਲਾਵਾ 12 ਡਿਵਾਈਡ ਕਰ ਸਕਦਾ ਹੈ। ਤੇ ਇਹ ਜਿਹੜੇ ਨੰਬਰ ਹੈ 1 2 4 6 ਔਰ 12, ਇਹ 12 ਦੇ ਕੀ ਆ, ਫੈਕਟਰ ਹੈ। ਫੈਕਟਰ ਦਾ ਮੀਨਿੰਗ, ਜਿਵੇਂ 12 ਨੂੰ ਆਪਾਂ 2 ਨਾਲ ਡਿਵਾਈਡ ਕਰਦੇ ਹਾਂ, ਤਾਂ ਆਪਣੇ ਕੋਲ ਆਊਗਾ 2 6 12 ਐਂਡ ਰਿਮਾਈਂਡਰ ਇਜ਼ 0। ਤਾਂ ਐਵੇਂ ਦੇ ਉਹ ਸਾਰੇ ਨੰਬਰ ਜਿਨ੍ਹਾਂ ਨਾਲ ਡਿਵਾਈਡ ਕਰੇ ਤੇ ਰਿਮਾਈਂਡਰ ਆਪਣੇ ਕੋਲ ਕੀ ਆਵੇ, 0 ਆਵੇ, ਤਾਂ ਉਹ ਸਾਰੇ ਨੰਬਰਸ ਨੂੰ ਆਪਾਂ ਕੀ ਕਵਾਂਗੇ, ਫੈਕਟਰਸ ਕਵਾਂਗੇ। ਜਿਵੇਂ ਆਪਾਂ ਮੰਨ ਲਓ 5 ਨਾਲ ਡਿਵਾਈਡ ਕਰੀਏ 12 ਨੂੰ, 5 2 10, ਦੈਨ ਰਿਮਾਈਂਡਰ ਕੀ ਬਚੂਗਾ, 2 ਬਚ ਜੂਗਾ। ਇਹਦਾ ਮਤਲਬ 5 ਜਿਹੜਾ ਹੈਗਾ ਉਹ ਫੈਕਟਰ ਨਹੀਂ ਗਾ 12 ਦਾ। ਇਸ ਤੋਂ ਬਾਅਦ ਅਗਰ ਆਪਾਂ ਮਲਟੀਪਲ ਦੀ ਗੱਲ ਕਰੀਏ,
ਮਲਟੀਪਲ ਬੇਸਿਕਲੀ ਇੱਕ ਸੀਰੀਜ਼ ਹੁੰਦੀ ਹੈ, ਆਪਾਂ ਉਹਦੇ ਵਿੱਚ ਕੀ ਕਰਦੇ ਹਾਂ ਕਿ ਇੰਟੀਜ਼ਰਸ ਨੂੰ ਮਲਟੀਪਲਾਈ ਕਰ ਕਰਕੇ ਐਕਸਟੈਂਡ ਕਰ ਸਕਦੇ ਹਾਂ। ਜਿਵੇਂ 4 ਦੇ ਅਗਰ ਆਪਾਂ ਮਲਟੀਪਲ ਚਾਹੀਦੇ ਆ ਤਾਂ 4 8 12 16 20 ਐਂਡ ਸੋ ਔਨ। ਤਾਂ ਆਹ ਸਾਰੇ ਕੀ ਕਹਿਲਾਓਗੇ, ਮਲਟੀਪਲ ਕਹਿਲਾਓਗੇ। ਜਿਵੇਂ ਇਹ ਤੋਂ ਬਾਅਦ ਲਾਸਟ 'ਚ ਕਿਤੇ 40 ਆਊਗਾ, ਉਦੋਂ ਬਾਅਦ 44 48 ਐਂਡ ਸੋ ਔਨ। ਤਾਂ ਜਿਹੜੇ ਮਲਟੀਪਲ ਹੁੰਦੇ ਆ ਉਹ ਇਨਫਾਈਨਾਈਟ ਹੁੰਦੇ ਆ, ਇਨਫਾਈਨਾਈਟ। ਤੇ ਜਿਹੜੇ ਫੈਕਟਰ ਹੋਣਗੇ ਉਹ ਹਮੇਸ਼ਾ ਕੀ ਹੋਣਗੇ, ਫਾਈਨਾਈਟ। ਜਿਵੇਂ 6 ਦੇ ਫੈਕਟਰ ਦੇਖੋ, 6 ਦੇ ਕਿਹੜੇ ਕਿਹੜੇ ਨੰਬਰ ਹੈ ਜਿਹੜੇ ਐਗਜ਼ੈਕਟਲੀ ਡਿਵਾਈਡ ਕਰ ਸਕਦੇ ਆ 6 ਨੂੰ। ਜਿਵੇਂ 1 ਕਰ ਸਕਦਾ ਹੈ, 2 ਕਰ ਸਕਦਾ ਹੈ, ਇਹਦੇ ਇਲਾਵਾ 3 ਵੀ ਡਿਵਾਈਡ ਕਰ ਸਕਦਾ ਹੈ 6 ਨੂੰ, ਤੇ ਇਹਦੇ ਇਲਾਵਾ 6 ਵੀ ਡਿਵਾਈਡ ਕਰ ਸਕਦਾ ਹੈ। ਸੋ 1 2 3 ਐਂਡ 6 ਆਰ ਫੈਕਟਰਸ ਆਫ 6। ਓਕੇ ਓਕੇ, ਸੋ ਕੁਝ ਇੰਪੋਰਟੈਂਟ ਟਰਮਸ ਹੈ ਜੋ ਤੁਹਾਨੂੰ ਰਿਮੈਂਬਰ ਯਾਦ ਰੱਖਣੀ ਹੈ। ਜਿਵੇਂ ਪ੍ਰਾਈਮ ਨੰਬਰਸ ਜਿਹੜੇ ਹੁੰਦੇ ਆ ਉਹਨਾਂ ਦੇ ਹਮੇਸ਼ਾ ਦੋ ਹੀ ਫੈਕਟਰ ਹੁੰਦੇ ਆ। ਫੋਰ ਐਗਜ਼ਾਮਪਲ 2 ਨੂੰ ਕਿਹੜੇ ਕਿਹੜੇ ਨੰਬਰ ਹੈ ਜੋ ਡਿਵਾਈਡ ਕਰ ਸਕਦੇ ਆ, ਇੱਕ ਤਾਂ 1 ਔਰ 2 ਇਟਸੈਲਫ। ਜਿਵੇਂ 3 ਹੈ, ਉਹਨੂੰ ਕਿਹੜੇ ਕਿਹੜੇ ਨੰਬਰ ਹੈ ਜੋ ਕੰਪਲੀਟਲੀ ਡਿਵਾਈਡ ਕਰ ਦੇਣਗੇ, 1 ਐਂਡ 3। 5 ਨੂੰ 1 ਐਂਡ 5। ਤਾਂ ਆ ਜਿਹੜੇ ਸਾਰੇ ਨੰਬਰ ਹੈਗੇ ਆ ਕੀ ਹੋ ਗਏ, ਪ੍ਰਾਈਮ ਨੰਬਰ, ਕਿਉਂਕਿ ਇਹਨਾਂ ਦੇ ਕੀ ਹੈ, ਹਮੇਸ਼ਾ ਦੋ ਹੀ ਫੈਕਟਰ ਰਹਿਣਗੇ। ਓਕੇ, ਅਗਰ ਦੋ ਤੋਂ ਜ਼ਿਆਦਾ ਫੈਕਟਰ ਹੋ ਗਏ ਤਾਂ ਉਹਨਾਂ ਨੰਬਰਸ ਨੂੰ ਆਪਾਂ ਕੰਪੋਜ਼ਿਟ ਨੰਬਰ ਵੀ ਕਹਿੰਦੇ ਆ। ਜਿਵੇਂ 4 ਨੂੰ ਕਿਹੜੇ ਨੰਬਰ ਡਿਵਾਈਡ ਕਰ ਸਕਦੇ ਆ, 1 ਡਿਵਾਈਡ ਕਰੂਗਾ, 4 ਕਰੂਗਾ, ਇਹਦੇ ਇਲਾਵਾ ਇਹਨੂੰ 2 ਵੀ ਡਿਵਾਈਡ ਕਰੂਗਾ। ਤਾਂ 1 2 3। ਤਾਂ ਕਿੰਨੇ ਫੈਕਟਰ ਮਿਲੇ ਆਪਾਂ ਨੂੰ, 3 ਫੈਕਟਰ ਮਿਲੇ। ਤਾਂ 2 ਤੋਂ ਜ਼ਿਆਦਾ ਹੈ, ਇਹਦਾ ਮਤਲਬ 4 ਜਿਹੜਾ ਹੈ ਉਹ ਕੰਪੋਜ਼ਿਟ ਨੰਬਰ ਹੈ। ਜਿਵੇਂ 6 ਦੀ ਗੱਲ ਕਰੀਏ, 6 ਨੂੰ 1 ਡਿਵਾਈਡ ਕਰ ਸਕਦਾ ਹੈ, 2 ਡਿਵਾਈਡ ਕਰ ਸਕਦਾ ਹੈ, 3 ਡਿਵਾਈਡ ਕਰ ਸਕਦਾ ਹੈ, ਐਂਡ 6 ਖੁਦ ਵੀ ਡਿਵਾਈਡ ਕਰ ਸਕਦਾ ਹੈ। ਤਾਂ ਆਪਾਂ ਨੂੰ ਕਿੰਨੇ ਫੈਕਟਰ ਮਿਲੇ, 1 2 3 4। ਤਾਂ ਇਹਦਾ ਮਤਲਬ ਆਪਾਂ ਨੂੰ ਵਾਪਸ ਤੋਂ 2 ਤੋਂ ਜ਼ਿਆਦਾ ਫੈਕਟਰ ਮਿਲੇ, ਤਾਂ ਇਟ ਮੀਨਸ 6 ਇਜ਼ ਅ ਕੰਪੋਜ਼ਿਟ ਨੰਬਰ। ਤਾਂ ਆਪਾਂ ਨੂੰ ਇੱਕ ਧਿਆਨ ਦੇਣਾ ਚਾਹੀਦਾ ਇੱਕ ਗੱਲ ਵਾਸਤੇ, ਕਿ ਜਿਹੜਾ 2 ਹੈਗਾ ਉਹ ਹਮੇਸ਼ਾ ਕੀ ਰਹੂਗਾ, ਈਵਨ ਪ੍ਰਾਈਮ ਨੰਬਰ ਰਹੂਗਾ। ਕਿ ਇਸ ਤੋਂ ਇਲਾਵਾ ਕੋਈ ਵੀ ਈਵਨ ਨੰਬਰ ਕਦੇ ਵੀ ਪ੍ਰਾਈਮ ਨੰਬਰ ਨਹੀਂ ਬਣ ਸਕਦਾ। ਜਿਵੇਂ 4 ਹੈ, 4 ਕਦੇ ਵੀ ਪ੍ਰਾਈਮ ਨੰਬਰ ਨਹੀਂ ਬਣ ਸਕਦਾ। 6 ਹੈ, ਉਹ ਵੀ ਪ੍ਰਾਈਮ ਨੰਬਰ ਨਹੀਂ ਬਣ ਸਕਦਾ, ਕਿਉਂਕਿ ਉਹਦੇ ਫੈਕਟਰ ਜ਼ਿਆਦਾ ਹੋਣੇ ਸਟਾਰਟ ਹੋ ਜਾਣਗੇ 2 ਤੋਂ। ਓਕੇ, ਅਗਰ ਆਪਾਂ ਕੋਪ੍ਰਾਈਮ ਨੰਬਰਸ ਦੀ ਗੱਲ ਕਰੀਏ, ਕੋਪ੍ਰਾਈਮ ਨੰਬਰਸ ਉਹ ਸਾਰੇ ਨੰਬਰਸ ਹੁੰਦੇ ਆ ਜਿਨ੍ਹਾਂ ਵਿੱਚ ਕੋਈ ਵੀ ਕਾਮਨ ਫੈਕਟਰ ਨਹੀਂ ਹੁੰਦਾ 1 ਦੇ ਇਲਾਵਾ। ਜਿਵੇਂ ਕਿ 8 ਔਰ 15 ਕੋਪ੍ਰਾਈਮ ਨੰਬਰ ਹੈ। ਅਗਰ ਆਪਾਂ 8 ਦੇ ਫੈਕਟਰ ਦੇਖੀਏ ਤਾਂ 8 ਨੂੰ 1 ਵੀ ਡਿਵਾਈਡ ਕਰ ਸਕਦਾ ਹੈ, 2 ਵੀ ਡਿਵਾਈਡ ਕਰ ਸਕਦਾ ਹੈ, ਇਹਦੇ ਇਲਾਵਾ 4 ਵੀ ਡਿਵਾਈਡ ਕਰ ਸਕਦਾ ਹੈ, ਇਹਦੇ ਇਲਾਵਾ 8 ਖੁਦ ਵੀ ਆਪਦੇ ਆਪ ਨੂੰ ਡਿਵਾਈਡ ਕਰ ਸਕਦਾ ਹੈ। ਤੇ 15 ਦੀ ਗੱਲ ਕਰੀਏ ਤਾਂ 15 ਨੂੰ 1 ਵੀ ਡਿਵਾਈਡ ਕਰ ਸਕਦਾ ਹੈ, 3 ਵੀ ਡਿਵਾਈਡ ਕਰੂਗਾ, 5 ਵੀ ਤੇ 15 ਵੀ। ਇਹਦੇ ਵਿੱਚ ਜਿਹੜੇ ਕਾਮਨ ਫੈਕਟਰ ਆਪਾਂ ਨੂੰ ਮਿਲੇ, ਕਾਮਨ ਫੈਕਟਰ ਕਿਹੜੇ ਮਿਲੇ, ਸਿਰਫ 1 ਹੀ ਕਾਮਨ ਫੈਕਟਰ ਹੈ ਜੋ ਦੋਨੋਂ ਨੰਬਰਸ ਨੂੰ ਡਿਵਾਈਡ ਕਰ ਰਿਹਾ ਹੈ। ਸੋ ਇਟ ਮੀਨਸ 8 ਐਂਡ 15 ਆਰ ਕੋਪ੍ਰਾਈਮ। ਤੇ ਜਿਹੜੇ ਕੋਪ੍ਰਾਈਮ ਨਹੀਂ ਹੁੰਦੇ, ਫੋਰ ਐਗਜ਼ਾਮਪਲ 6 ਤੇ 10 ਕੋਪ੍ਰਾਈਮ ਨਹੀਂਗਾ, ਕਿਉਂਕਿ 6 ਨੂੰ 1 ਵੀ ਡਿਵਾਈਡ ਕਰ ਰਿਹਾ ਹੈ, 2 ਵੀ ਡਿਵਾਈਡ ਕਰ ਰਿਹਾ ਹੈ, 3 ਵੀ ਡਿਵਾਈਡ ਕਰ ਰਿਹਾ ਤੇ 6 ਵੀ ਡਿਵਾਈਡ ਕਰ ਰਿਹਾ। ਉਵੇਂ 10 ਨੂੰ 1 ਵੀ ਡਿਵਾਈਡ ਕਰ ਰਿਹਾ, 2 ਵੀ ਡਿਵਾਈਡ ਕਰ ਰਿਹਾ, 5 ਵੀ ਡਿਵਾਈਡ ਕਰ ਰਿਹਾ ਤੇ 10 ਵੀ ਡਿਵਾਈਡ ਕਰ ਰਿਹਾ। ਇਹਦੇ ਵਿੱਚ ਕਾਮਨ ਅਗਰ ਆਪਾਂ ਨੰਬਰਸ ਦੀ ਗੱਲ ਕਰੀਏ, ਕਿਹੜੇ ਕਿਹੜੇ ਨੰਬਰਸ ਹੈ ਜਿਹੜੇ ਕਾਮਨ ਆ ਰਹੇ, ਮਤਲਬ ਫੈਕਟਰਸ, ਇੱਕ ਤਾਂ 1 ਕਾਮਨ ਫੈਕਟਰ ਤਾਂ ਹੈਗਾ ਹੀ ਹੈਗਾ, ਠੀਕ ਹੈ। ਇਹਦੇ ਇਲਾਵਾ ਜੇ ਆਪਾਂ ਨੂੰ ਲੱਭ ਜਾਂਦਾ ਹੈ ਤਾਂ ਇਹਦਾ ਮਤਲਬ ਉਹ ਨੰਬਰ ਕੋਪ੍ਰਾਈਮ ਨਹੀਂ ਹੈ। ਤਾਂ ਆਪਾਂ ਦੇਖ ਸਕਦੇ ਹਾਂ ਇਹਦੇ ਵਿੱਚ 2 ਜਿਹੜਾ ਹੈਗਾ ਉਹ ਦੋਨੋਂ ਨੰਬਰਸ ਨੂੰ ਡਿਵਾਈਡ ਕਰ ਰਿਹਾ। ਸੋ ਇਟ ਮੀਨਸ 6 ਔਰ 10 ਆਰ ਨੋਟ ਕੋਪ੍ਰਾਈਮ। 6 ਐਂਡ 10 ਆਰ ਨੋਟ ਕੋਪ੍ਰਾਈਮ। लिख देना मैं, आर नोट कोप्राइम। ओके, नेक्स्ट टॉपिक इज प्राइम फैक्टराइजेशन। ਅਗਰ ਆਪਣੇ ਕੋਲ ਕੋਈ ਵੀ ਕੰਪੋਜ਼ਿਟ ਨੰਬਰ ਹੈ, ਆਪਾਂ ਉਹਨਾਂ ਨੂੰ ਬ੍ਰੇਕ ਕਰ ਸਕਦੇ ਹਾਂ ਪ੍ਰਾਈਮਸ ਦੇ ਪ੍ਰੋਡਕਟ ਵਿੱਚ। ਓਕੇ, ਫੋਰ ਐਗਜ਼ਾਮਪਲ ਜਿਵੇਂ 24 ਹੈ, 24 ਨੂੰ ਆਪਾਂ ਪ੍ਰਾਈਮਸ ਦੇ ਪ੍ਰੋਡਕਟ ਵਿੱਚ ਡਿਵਾਈਡ ਕਰ ਸਕਦੇ ਹਾਂ। ਜਿਵੇਂ 24 ਨੂੰ 2 ਨਾਲ ਡਿਵਾਈਡ ਕਰਾਂਗੇ ਤਾਂ ਆਪਾਂ ਨੂੰ 12 ਆਊਗਾ, 2 ਨਾਲ ਡਿਵਾਈਡ ਕੀਤਾ ਤਾਂ 2 6 ਦਾ 12, 2 ਨਾਲ ਵਾਪਸ ਡਿਵਾਈਡ ਕੀਤਾ 2 3 ਦਾ 6, ਦੈਨ 3 ਨਾਲ ਡਿਵਾਈਡ ਕੀਤਾ ਤਾਂ 3 1 ਦਾ 3। ਤਾਂ ਇਹਨੂੰ ਆਪਾਂ ਲਿਖ ਸਕਦੇ ਹਾਂ 2 ਇੰਟੂ 2 ਇੰਟੂ 2 ਇੰਟੂ 3, ਯਾਨੀ ਕਿ 2 ਜਿਹੜਾ ਹੈਗਾ ਉਹ 3 ਟਾਈਮਸ ਹੈ ਤੇ ਇੰਟੂ 3। ਸੋ ਦਿਸ ਇਜ਼ ਕੋਲਡ ਪ੍ਰਾਈਮ ਫੈਕਟਰਾਈਜ਼ੇਸ਼ਨ, ਕਿ ਆਪਾਂ ਕੋਈ ਵੀ ਕੰਪੋਜ਼ਿਟ ਨੰਬਰਸ ਨੂੰ ਪ੍ਰਾਈਮ ਦੇ ਪ੍ਰੋਡਕਟ ਵਿੱਚ ਲਿਖ ਸਕਦੇ ਹਾਂ। ਕੋਈ ਵੀ ਕੰਪੋਜ਼ਿਟ ਨੰਬਰ, ਜਿਵੇਂ ਕਿ 16 ਇੱਕ ਕੰਪੋਜ਼ਿਟ ਨੰਬਰ ਹੈ, ਰਾਈਟ। ਇਹਦੇ ਦੋ ਤੋਂ ਜ਼ਿਆਦਾ ਫੈਕਟਰ ਹੈ, ਤਾਂ 16 ਨੂੰ ਆਪਾਂ ਲਿਖ ਸਕਦੇ ਹਾਂ ਨਾ 2 ਇੰਟੂ 2 ਇੰਟੂ 2 ਇੰਟੂ 2। ਤਾਂ ਆਪਾਂ ਕੀ ਕੀਤਾ, ਇਹਨੂੰ ਪ੍ਰਾਈਮਸ ਦੇ ਪ੍ਰੋਡਕਟ ਵਿੱਚ ਲਿਖ ਲਿਆ। ਸੋ ਦਿਸ ਇਜ਼ ਕੋਲਡ ਪ੍ਰਾਈਮ ਫੈਕਟਰਾਈਜ਼ੇਸ਼ਨ। ਸੋ ਨੈਕਸਟ ਟੌਪਿਕ ਇਜ਼ ਫੰਡਾਮੈਂਟਲ ਥਿਓਰਮ ਆਫ ਅਰਥਮੈਟਿਕ। ਪ੍ਰਾਈਮ ਫੈਕਟਰਾਈਜ਼ੇਸ਼ਨ ਨੂੰ ਥੋੜਾ ਜਿਹਾ ਵਧਾ ਚੜਾ ਕੇ ਕਹਿਣਾ ਇਹ ਫੰਡਾਮੈਂਟਲ ਥਿਓਰਮ ਆਫ ਅਰਥਮੈਟਿਕ ਹੈ।
ਕਿਵੇਂ? ਤਾਂ ਦੇਖੋ, ਜਿਵੇਂ ਕਿ ਆਪਣੇ ਕੋਲ ਕੋਈ ਵੀ ਵਾਪਸ ਤੋਂ ਇੱਕ ਕੰਪੋਜ਼ਿਟ ਨੰਬਰ ਹੈ, ਆਪਾਂ ਉਹਨੂੰ ਪ੍ਰਾਈਮਸ ਦੇ ਪ੍ਰੋਡਕਟ ਵਿੱਚ ਲਿਖ ਲੈਂਦੇ ਹਾਂ। ਇਹ ਤਾਂ ਆਪਣਾ ਫੈਕਟਰਾਈਜ਼ੇਸ਼ਨ ਦੀ ਡੈਫੀਨੇਸ਼ਨ ਹੈ। ਪਰ ਆਪਾਂ ਇਹਦੇ ਵਿੱਚ ਜੇ ਕਹਿ ਦਈਏ ਕਿ ਆਪਾਂ ਸਿਰਫ ਯੂਨੀਕਲੀ ਲਿਖ ਸਕਦੇ ਹਾਂ ਕਿ ਇੱਕ ਹੀ ਤਰੀਕਾ ਹੈ, ਇਹ ਤੋਂ ਇਲਾਵਾ ਕੋਈ ਤਰੀਕਾ ਨਹੀਂਗਾ। ਕੋਈ ਅਗਰ ਤਰੀਕਾ ਹੋਊਗਾ ਵੀ ਤਾਂ ਆਪਾਂ ਨੂੰ ਉਹਦੇ ਆਰਡਰ ਜਿਹੜਾ ਹੈਗਾ ਫੈਕਟਰਸ ਦਾ, ਮਲਟੀਪਲੀਕੇਸ਼ਨ ਦਾ, ਉਹ ਆਪਾਂ ਨੂੰ ਇਗਨੋਰ ਕਰਨਾ ਪਊਗਾ। ਜਿਵੇਂ ਵਾਟਰ ਹੈ, ਵਾਟਰ ਨੂੰ ਆਪਾਂ ਇੱਕ ਹੀ ਤਰੀਕੇ ਨਾਲ ਬਣਾ ਸਕਦੇ ਹਾਂ, ਜਿਵੇਂ H2O। ਤੇ ਉਵੇਂ ਜਿਹੜਾ 30 ਹੈ ਉਹਨੂੰ ਵੀ ਇੱਕ ਹੀ ਤਰੀਕੇ ਨਾਲ ਬਣਾ ਸਕਦੇ ਹੈਗੇ ਆ, 2 ਇੰਟੂ 3 ਇੰਟੂ 5। ਇਹਦੇ ਇਲਾਵਾ ਆਪਣੇ ਕੋਲ ਕੋਈ ਤਰੀਕਾ ਨਹੀਂਗਾ। ਅਗਰ ਆਪਣੇ ਕੋਲ ਮੰਨ ਲਓ ਕੋਈ ਕਵੇ ਕਿ ਸਰ 3 ਇੰਟੂ 2 ਇੰਟੂ 5, ਤਾਂ ਜਿਹੜਾ ਆਰਡਰ ਹੈ ਪ੍ਰਾਈਮਸ ਦਾ, ਜਿਹੜਾ ਪ੍ਰਾਈਮਸ ਦੇ ਪ੍ਰੋਡਕਟ ਦਾ, ਉਹ ਆਪਾਂ ਨੂੰ ਕੀ ਕਰਨਾ ਹੈਗਾ, ਇਗਨੋਰ ਕਰਨਾ ਹੈਗਾ। ਇਹਦੇ ਇਲਾਵਾ ਕੋਈ ਤਰੀਕਾ ਹੈ ਨਹੀਂ ਕਿ ਆਪਾਂ 30 ਵੀ ਜਨਰੇਟ ਕਰ ਦਈਏ ਪ੍ਰਾਈਮਸ ਦੇ ਪ੍ਰੋਡਕਟ ਨਾਲ, ਕਿ ਤੁਸੀਂ ਕੋਈ ਹੋਰ ਪ੍ਰਾਈਮ ਲੈ ਕੇ ਆਓ ਤੇ ਉਹਦਾ ਪ੍ਰੋਡਕਟ ਕਰੋ ਤੇ ਤੁਸੀਂ 30 ਦੇ ਇਲਾਵਾ ਮੈਨੂੰ ਕੋਈ ਨੰਬਰ ਬਣਾ, ਸੌਰੀ 30 ਮੈਨੂੰ ਬਣਾ ਕਰਕੇ ਦਿਖਾਓ। ਸੋ ਦੈਨ LCM ਐਂਡ HCF। ਅਗਰ ਆਪਾਂ HCF ਦੀ ਗੱਲ ਕਰੀਏ, HCF ਨੂੰ ਕਹਿੰਦੇ ਆ ਹਾਈਐਸਟ ਕਾਮਨ ਫੈਕਟਰ। ਜਿਵੇਂ ਆਪਣੇ ਕੋਲ ਨੰਬਰ ਹੈ 6 ਐਂਡ 8। ਅਗਰ ਆਪਾਂ ਨੂੰ ਇਹਦਾ HCF ਚਾਹੀਦਾ ਹੈ, ਤਾਂ ਆਪਾਂ ਕੀ ਕਰਦੇ ਹਾਂ, 6 ਦੇ ਪਹਿਲਾਂ ਫੈਕਟਰ ਲਿਖ ਲੈਂਦੇ ਹਾਂ, ਜਿਵੇਂ 1 2 3 ਐਂਡ 6 ਇਟਸੈਲਫ। ਅਗਰ ਆਪਾਂ 8 ਦੇ ਫੈਕਟਰ ਲਿਖੀਏ ਤਾਂ 1 2 4 ਐਂਡ 8। ਕਿ 1 2 4 ਔਰ 8 ਐਵੇਂ ਦੇ ਨੰਬਰ ਹੈ ਜਿਹੜੇ 8 ਨੂੰ ਕੀ ਕਰ ਰਹੇ ਆ, ਕੰਪਲੀਟਲੀ ਡਿਵਾਈਡ ਕਰ ਰਹੇ ਆ। ਇਹਦੇ ਵਿੱਚ ਆਪਾਂ ਫੈਕਟਰ ਲਿਖਣ ਤੋਂ ਬਾਅਦ ਕੀ ਕਰਨਾ ਹੈਗਾ, ਕਾਮਨ ਨੰਬਰਸ ਲੱਭੋ। ਤਾਂ ਕਾਮਨਸ ਕਿਹੜੇ ਕਿਹੜੇ ਫੈਕਟਰ ਹੈਗੇ ਆ, 1 ਕਾਮਨ ਹੈਗਾ ਦੋਨਾਂ 'ਚ, ਠੀਕ ਹੈ। ਇਹਦੇ ਇਲਾਵਾ ਕੋਈ ਕਾਮਨ ਹੈਗਾ, ਹਾਂ 2 ਵੀ ਇੱਕ ਕਾਮਨ ਹੈਗਾ। ਇਹਦੇ ਇਲਾਵਾ ਆਪਣੇ ਕੋਲ ਕੋਈ ਵੀ ਕਾਮਨ ਨੰਬਰ ਨਹੀਂਗਾ। ਇਹਦੇ ਵਿੱਚੋਂ ਕਾਮਨ ਫੈਕਟਰ ਵਿੱਚੋਂ ਹਾਈਐਸਟ ਕਾਮਨ ਕਿਹੜਾ ਆਇਆ ਫੈਕਟਰ, ਹਾਈਐਸਟ ਸਭ ਤੋਂ ਬਿਗਰ ਮਤਲਬ ਫੈਕਟਰ ਕਿਹੜਾ ਹੈਗਾ, ਹਾਈਐਸਟ ਕਾਮਨ फैक्टर, यानी कि ਇਹਦਾ HCF ਕੀ ਆਊਗਾ, 2 ਆ ਜਾਊਗਾ, ਕਿਉਂਕਿ ਹਾਈਐਸਟ ਕਾਮਨ ਕੀ ਹੈ ਫੈਕਟਰ ਦੇ ਵਿੱਚ ਆਪਣੇ ਕੋਲੇ 2 ਹੈਗਾ। ਸਿਮਿਲਰਲੀ ਜੇ ਆਪਾਂ LCM ਦੀ ਗੱਲ ਕਰੀਏ, LCM ਦੀ LCM ਹੁੰਦਾ ਹੈਗਾ ਲੀਸਟ ਕਾਮਨ ਮਲਟੀਪਲ। ਇਹਦੇ ਵਿੱਚ ਆਪਾਂ ਨੂੰ ਲੀਸਟ ਕਾਮਨ ਮਲਟੀਪਲ ਮਤਲਬ ਮਲਟੀਪਲ ਫਾਈਂਡ ਆਊਟ ਕਰਨੇ ਪੈਣਗੇ। ਜਿਵੇਂ 6 ਐਂਡ 8 ਹੈ ਆਪਣੇ ਕੋਲੇ, ਇਹਦਾ ਆਪਾਂ ਨੂੰ ਕੀ ਚਾਹੀਦਾ, LCM ਚਾਹੀਦਾ ਹੈ। ਤਾਂ ਸਭ ਤੋਂ ਪਹਿਲਾਂ ਮਲਟੀਪਲ ਲਿਖੋ 6 ਦੇ, ਮਲਟੀਪਲ ਆਫ 6। 6 ਦੇ ਮਲਟੀਪਲ ਹੋਣਗੇ 6 12 18 24 30 then 36 then 42 then 48 and so on, right? ਉਵੇਂ ਮਲਟੀਪਲ ਲਿਖੋ 8 ਦੇ, ਮਲਟੀਪਲ ਆਫ 8 8 16 24 32 then 40 48 and so on। ਤਾਂ ਆਪਾਂ ਨੂੰ ਇਹਦੇ ਵਿੱਚੋਂ ਕੀ ਕਰਨਾ ਹੈਗਾ, ਮਲਟੀਪਲ ਲਿਖਣ ਤੋਂ ਬਾਅਦ ਕਾਮਨ ਮਲਟੀਪਲ ਲਿਖਣੇ ਆ। ਕਾਮਨ ਕਿਹੜੇ ਕਿਹੜੇ ਮਲਟੀਪਲ ਹੈ ਤੁਹਾਨੂੰ ਪਤਾ ਲੱਗੂਗਾ। 24 ਜਿਹੜਾ ਹੈਗਾ ਉਹ ਦੋਨਾਂ ਦੇ ਟੇਬਲ 'ਚ ਆ ਰਿਹਾ। ਇਹ ਤੋਂ ਇਲਾਵਾ ਜਿਹੜਾ 48 ਹੈਗਾ ਉਹ ਵੀ ਕੀ ਆ ਰਿਹਾ, ਦੋਨਾਂ ਦੇ ਟੇਬਲ 'ਚ ਆ ਰਿਹਾ। ਇਹ ਤੋਂ ਇਲਾਵਾ ਇਹ ਤੋਂ ਬਾਅਦ 72 ਵੀ ਆਊਗਾ। ਤਾਂ ਕਾਮਨ ਕਿਹੜੇ ਆਏ, 24 48 72 ਐਂਡ ਸੋ ਔਨ, ਇੱਦਾਂ ਕਾਮਨ ਹੋਣਗੇ। ਪਰ ਉਹਨਾਂ ਵਿੱਚੋਂ ਆਪਾਂ ਨੂੰ ਕੀ ਦੇਖਣਾ ਹੈਗਾ, ਲੀਸਟ ਮਤਲਬ ਸਭ ਤੋਂ ਛੋਟਾ ਕਿਹੜਾ ਕਾਮਨ ਮਲਟੀਪਲ ਹੈ, ਉਹੀ ਕੀ ਆਊਗਾ, LCM। ਤਾਂ LCM ਕਿੰਨਾ ਆ ਗਿਆ ਇਹਦਾ, 24। ਓਕੇ, ਸੋ ਨੈਕਸਟ ਇੱਕ ਹੋਰ ਐਗਜ਼ਾਮਪਲ ਕਰ ਲੈਂਦੇ ਹਾਂ ਆਪਾਂ। ਨੈਕਸਟ ਐਗਜ਼ਾਮਪਲ ਇਜ਼ ਅਗਰ ਆਪਾਂ ਨੂੰ HCF ਕੱਢਣਾ ਹੋਵੇ 6 ਐਂਡ 3 ਦਾ, ਤਾਂ ਸਭ ਤੋਂ ਪਹਿਲਾਂ 6 ਦੇ ਫੈਕਟਰ ਦੇਖੋ। 6 ਨੂੰ ਕੌਣ ਕੌਣ ਡਿਵਾਈਡ ਕਰੂਗਾ, 1 ਡਿਵਾਈਡ ਕਰ ਦੂਗਾ, ਇਹਦੇ ਇਲਾਵਾ 3 ਡਿਵਾਈਡ ਕਰ ਦੂਗਾ, ਇਹਦੇ ਇਲਾਵਾ 2 ਵੀ ਡਿਵਾਈਡ ਕਰੂਗਾ ਤੇ 6 ਆਪਦੇ ਆਪ ਨੂੰ ਖੁਦ ਵੀ ਡਿਵਾਈਡ ਕਰੂਗਾ। ਤਾਂ 3 ਨੂੰ ਦੇਖੋ 1 ਡਿਵਾਈਡ ਕਰੂਗਾ ਤੇ 3 ਡਿਵਾਈਡ ਕਰੂਗਾ। ਇਹਦੇ ਵਿੱਚੋਂ ਕਾਮਨ ਆਪਾਂ ਦੇਖੀਏ ਤਾਂ ਕਾਮਨ ਕਿਹੜਾ ਫੈਕਟਰ ਆਇਆ, 1 ਕਾਮਨ ਆਇਆ। ਇਹਦੇ ਇਲਾਵਾ ਕੋਈ ਕਾਮਨ ਆਇਆ, ਯੈਸ। ਇਹਦੇ ਇਲਾਵਾ ਕਾਮਨ ਕੀ ਆਇਆ, 3 ਆਪਣੇ ਕੋਲ ਕਾਮਨ ਆਇਆ। ਤਾਂ HCF ਕਹਿੰਦਾ ਹੈ ਹਾਈਐਸਟ ਕਾਮਨ ਕੀ ਆਇਆ ਤੁਹਾਡੇ ਕੋਲ ਫੈਕਟਰ, ਤਾਂ ਹਾਈਐਸਟ ਕਾਮਨ ਆਇਆ ਆਪਣੇ ਕੋਲ 3। ਤਾਂ ਇਹਨਾਂ ਦਾ HCF ਕਿੰਨਾ ਹੋ ਗਿਆ, 3। ਜੇ ਆਪਾਂ ਇਦਾਂ ਹੀ ਇਹਨਾਂ ਦੇ LCM ਦੀ ਗੱਲ ਕਰੀਏ, LCM ਕਿ 6 ਐਂਡ 8 ਦਾ LCM 6 ਐਂਡ ਸੌਰੀ 3 ਦਾ LCM ਕੀ ਆਊਗਾ, ਤਾਂ ਸਭ ਤੋਂ
ਪਹਿਲਾਂ ਆਪਾਂ ਨੂੰ ਮਲਟੀਪਲ ਲਿਖਣੇ ਹੋਗੇ, ਮਲਟੀਪਲ ਆਫ 6। 6 ਦੇ ਕਿਹੜੇ ਕਿਹੜੇ ਮਲਟੀਪਲ ਹੈਗੇ ਆ? 6, 12, 18, 24, 30, 36, 42 ਐਂਡ ਸੋ ਔਨ। ਮਲਟੀਪਲ ਕੀ ਹੋਗੇ 3 ਦੇ? ਮਲਟੀਪਲ ਆਫ 3 ਤਾਂ ਕੀ ਹੋਊਗਾ? 3, 6, 9, 12, 15, 18, 21, 24 ਐਂਡ ਸੋ ਔਨ। ਤਾਂ ਇਹਨਾਂ ਵਿੱਚੋਂ ਆਪਾਂ ਦੇਖੀਏ ਕਿ ਕਾਮਨ ਕਿਹੜੇ ਕਿਹੜੇ ਮਲਟੀਪਲ ਹੈ। ਤਾਂ 6 ਆਪਾਂ ਨੂੰ ਦਿਖੂਗਾ ਕਿ ਕਾਮਨ ਹੈ ਦੋਨਾਂ ਵਿੱਚ। ਇਹਦੇ ਇਲਾਵਾ 12 ਵੀ ਕਾਮਨ ਆਊਗਾ, ਇਹਦੇ ਇਲਾਵਾ ਸ਼ਾਇਦ 18 ਵੀ ਕਾਮਨ ਹੈ। ਯੈਸ, ਡੈਫੀਨੇਟਲੀ 18 ਵੀ ਕਾਮਨ ਹੈ, 24 ਵੀ ਕਾਮਨ ਆਊਗਾ, ਤੇ ਹੋਰ ਵੀ ਬਹੁਤ ਸਾਰੇ ਇਨਫਾਈਨਾਈਟ ਐਵੇਂ ਦੇ ਮਲਟੀਪਲ ਕਾਮਨ ਹੋਣਗੇ, ਕਿਉਂਕਿ 6 ਦੇ ਤੇ 3 ਦੇ ਕਿੰਨੇ ਮਲਟੀਪਲ ਹੋ ਸਕਦੇ ਆ? 6 ਦੇ ਮਲਟੀਪਲ ਇਨਫਾਈਨਾਈਟ ਹੈ, 3 ਦੇ ਮਲਟੀਪਲ ਵੀ ਇਨਫਾਈਨਾਈਟ ਹੈ। ਪਰ ਉਹਨਾਂ ਵਿੱਚੋਂ ਲੀਸਟ ਕਿਹੜਾ ਹੈਗਾ ਕਾਮਨ ਮਲਟੀਪਲ? ਦੈਟ ਇਜ਼ 6। ਤਾਂ ਇਹਨਾਂ ਦਾ ਐਲਸੀਐਮ ਕਿੰਨਾ ਆਇਆ? 6। ਆਈ ਹੋਪ ਐਲਸੀਐਮ ਤੇ ਐਚਸੀਐਫ ਦਾ ਤੁਹਾਨੂੰ ਟੌਪਿਕ ਕਲੀਅਰ ਹੋ ਗਿਆ ਹੈ। ਤਾਂ ਆਪਾਂ ਥੋੜੇ ਜਿਹੇ ਇਹਦੇ ਉੱਤੇ ਫੈਕਟ ਕਰ ਲੈਂਦੇ ਆ ਐਲਸੀਐਮ ਤੇ ਐਚਸੀਐਫ। ਸੋ ਦੇਖੋ, ਜੇ ਆਪਾਂ 6 ਨੰਬਰ ਦਾ ਤੇ 8 ਨੰਬਰ ਦਾ ਜੇ ਆਪਾਂ ਐਲਸੀਐਮ ਲਿਆ ਤਾਂ ਆਪਣੇ ਕੋਲ ਕਿੰਨਾ ਆਇਆ ਸੀ ਐਲਸੀਐਮ? 24। ਜੇ ਆਪਾਂ 6 ਦਾ ਤੇ 3 ਦਾ ਐਲਸੀਐਮ ਲਿਆ ਤਾਂ ਆਪਣੇ ਕੋਲ ਐਲਸੀਐਮ ਕਿੰਨਾ ਆਇਆ ਸੀ? 6 ਆਇਆ ਸੀ, ਰਾਈਟ। ਆਪਾਂ ਪਿੱਛੇ ਦੇਖ ਸਕਦੇ ਹੈਗੇ ਆ, ਦੇਖੋ ਜਦੋਂ 6 ਤੇ 8 ਦਾ ਐਲਸੀਐਮ ਲਿਆ ਤਾਂ ਕਿੰਨਾ ਆਇਆ ਸੀ? 24। ਤੇ ਜਦੋਂ ਐਲਸੀਐਮ ਲਿਆ ਸੀ ਤਾਂ ਕਿੰਨਾ ਆਇਆ ਸੀਗਾ? 6। ਤਾਂ ਦੇਖੋ 6 ਤੇ 8 ਦਾ ਐਲਸੀਐਮ ਆਇਆ ਸੀ 24 ਤੇ ਇਹਦਾ 6 ਤੇ 3 ਦਾ ਐਲਸੀਐਮ ਆਇਆ ਸੀ 3। ਇਦਾਂ ਹੀ ਆਪਾਂ ਜੇ ਐਚਸੀਐਫ ਲੈਣੇ ਆ ਤਾਂ ਐਚਸੀਐਫ ਕਿੰਨਾ ਆਇਆ ਸੀਗਾ? 2 ਤੇ ਇਹਨਾਂ ਦਾ ਐਚਸੀਐਫ ਕਿੰਨਾ ਆਇਆ ਸੀ? 3। ਤਾਂ ਤੁਸੀਂ ਇੱਕ ਚੀਜ਼ ਆਬਜ਼ਰਵ ਕਰੋ, 6 ਜਿਹੜਾ ਹੈਗਾ ਨਾ ਉਹ 24 ਨੂੰ ਕੰਪਲੀਟਲੀ ਡਿਵਾਈਡ ਕਰ ਦਿੰਦਾ ਹੈ, ਰਾਈਟ। ਤੇ ਜੇ 8 ਵੀ ਕੀ ਕਰ ਸਕਦਾ ਹੈ? 24 ਨੂੰ ਕੰਪਲੀਟਲੀ ਡਿਵਾਈਡ ਕਰ ਸਕਦਾ ਹੈ। ਇੱਧਰ ਆਪਾਂ ਦੇਖੀਏ 6 ਜਿਹੜਾ ਹੈਗਾ 6 ਨੂੰ ਕੰਪਲੀਟਲੀ ਡਿਵਾਈਡ ਕਰ ਸਕਦਾ ਹੈ, ਕਿਉਂਕਿ ਜਿਹੜਾ ਆਹ ਵਾਲਾ 6 ਹੈ ਆਹ 6 ਦੇ ਟੇਬਲ 'ਚ ਹੁੰਦਾ ਹੈ। ਤਾਂ ਜਿਹੜਾ 3 ਹੈ ਉਹ ਵੀ 6 ਨੂੰ ਕੀ ਕਰ ਸਕਦਾ ਹੈ? ਕੰਪਲੀਟਲੀ ਡਿਵਾਈਡ ਕਰ ਸਕਦਾ ਹੈ। ਪਰ ਨਾਲ ਹੀ ਸਿਮਿਲਰਲੀ ਤੁਸੀਂ ਆ ਵੀ ਦੇਖ ਸਕਦੇ ਹੋ, ਜਿਹੜਾ ਐਚਸੀਐਫ ਹੁੰਦਾ ਹੈ ਉਹ ਦੋਨਾਂ ਨੰਬਰਾਂ ਨੂੰ ਕੀ ਕਰ ਸਕਦਾ ਹੈਗਾ? ਕੰਪਲੀਟਲੀ ਡਿਵਾਈਡ ਕਰ ਸਕਦਾ ਹੈ। ਬਹੁਤ ਵਧੀਆ, ਕੀ ਤੁਹਾਨੂੰ ਆ ਸਮਝ ਆਇਆ? ਜਿਹੜਾ 3 ਹੈਗਾ ਉਹ ਵੀ 6 ਨੂੰ ਡਿਵਾਈਡ ਕਰ ਸਕਦਾ, ਆ 3 ਇਸ 3 ਨੂੰ ਵੀ ਕੰਪਲੀਟਲੀ ਡਿਵਾਈਡ ਕਰ ਸਕਦਾ। ਸੋ ਹੁਣ ਮੈਂ ਆ ਸਮਝਾਉਣਾ ਚਾਹੁੰਦਾ ਤੁਹਾਨੂੰ ਕਿ ਜਿਹੜਾ ਆ 6 ਹੈਗਾ ਤੇ ਆ 8 ਹੈਗਾ, ਇਹ ਹਮੇਸ਼ਾ ਐਲਸੀਐਮ ਨੂੰ ਕੀ ਦੋ ਨੰਬਰਾਂ ਦਾ ਜੇ ਤੁਸੀਂ ਐਲਸੀਐਮ ਲਓਗੇ ਤਾਂ ਉਹ ਦੋਨੇ ਨੰਬਰ ਐਲਸੀਐਮ ਨੂੰ ਕੰਪਲੀਟਲੀ ਡਿਵਾਈਡ ਕਰਨਗੇ, ਤੇ ਜਿਹੜਾ ਐਚਸੀਐਫ ਹੋਊਗਾ ਉਹ ਦੋਨੇ ਨੰਬਰਾਂ ਨੂੰ ਕੰਪਲੀਟਲੀ ਡਿਵਾਈਡ ਕਰੂਗਾ। ਸਿਮਿਲਰਲੀ ਦੋਨੇ ਕੇਸਾਂ ਤੁਸੀਂ ਦੇਖ ਸਕਦੇ ਹੋ, ਫਰਸਟ ਕੇਸ ਤੇ ਸੈਕੰਡ ਕੇਸ ਵਿੱਚ। ਓਕੇ, ਸੈਕੰਡ ਥਿੰਗ ਇਜ਼, ਅਗਰ ਦੋਨੇ ਨੰਬਰ ਐਲਸੀਐਮ ਨੂੰ ਕੰਪਲੀਟਲੀ ਡਿਵਾਈਡ ਕਰਨਗੇ ਤਾਂ ਐਲਸੀਐਮ ਹਮੇਸ਼ਾ ਦੋਨੇ ਨੰਬਰਾਂ ਤੋਂ ਕੀ ਹੋਊਗਾ? ਬਿਗਰ ਹੋਊਗਾ। ਜਿਵੇਂ 6 ਤੇ 8 ਤੋਂ 24 ਓਬਵੀਅਸਲੀ ਬਿਗਰ ਹੈ, 6 ਤੇ 3 ਤੋਂ ਓਬਵੀਅਸਲੀ 6 ਬਿਗਰ ਨਹੀਂਗਾ, ਬਟ ਇੱਕ ਨੰਬਰ ਦੇ ਇਕੁਅਲ ਹੈ ਜਿਹੜਾ ਉਹ ਬਿਗਰ ਵਾਲਾ ਨੰਬਰ ਹੈ, ਰਾਈਟ। ਉਵੇਂ ਐਚਸੀਐਫ ਦੇਖੋ, ਅਗਰ ਦੋਨੇ ਨੰਬਰਾਂ ਨੂੰ ਡਿਵਾਈਡ ਕਰ ਰਿਹਾ ਤਾਂ ਓਬਵੀਅਸਲੀ ਉਹ ਦੋਨੇ ਨੰਬਰ ਐਚਸੀਐਫ ਤੋਂ ਬਿਗਰ ਹੋਣਗੇ, ਤਾਂ 6 ਵੀ ਬਿਗਰ ਹੈ, 8 ਵੀ 2 ਤੋਂ ਬਿਗਰ ਹੈ, ਰਾਈਟ। ਸੈਕੰਡ ਕੇਸ ਵਿੱਚ ਦੇਖੋ 3 ਤੋਂ 6 ਤਾਂ ਬਿਗਰ ਹੈਗਾ, ਪਰ 3 ਇਜ਼ ਇਕੁਅਲ ਟੂ 3 ਹੈ। ਤਾਂ ਦੇਖੋ ਐਲਸੀਐਮ ਵੀ ਕਿਸੇ ਇੱਕ ਨੰਬਰ ਦੇ ਇਕੁਅਲ ਆ ਗਿਆ ਤੇ ਐਚਸੀਐਫ ਵੀ ਸੈਕੰਡ ਕੇਸ 'ਚ ਕਿਸੇ ਇੱਕ ਨੰਬਰ ਦੇ ਇਕੁਅਲ ਆ ਗਿਆ। ਤਾਂ ਆ ਕਦੋਂ ਹੁੰਦਾ ਹੈਗਾ? ਆਪਾਂ ਉਹ ਚੈੱਕ ਕਰ ਸਕਦੇ ਹਾਂ ਕਿ ਇੱਕ ਨੰਬਰ ਜੇ ਦੂਜੇ ਨੰਬਰ 'ਚ ਕੰਟੇਨ ਹੋ ਜਾਏ, ਇੱਕ ਨੰਬਰ ਦੂਜੇ ਨੰਬਰ 'ਚ ਕੰਟੇਨ ਹੋ ਜਾਏ, ਜਿਵੇਂ ਜਿਵੇਂ ਜਿਨ੍ਹਾਂ ਦਾ ਤੁਸੀਂ ਐਲਸੀਐਮ ਜਾਂ ਐਚਸੀਐਫ ਕੱਢਣਾ ਹੈ, ਉਹਨਾਂ ਵਿੱਚੋਂ ਇੱਕ ਨੰਬਰ ਦੂਜੇ ਨੰਬਰ 'ਚ ਜਦੋਂ ਕੰਟੇਨ ਹੁੰਦਾ ਹੈ ਤਾਂ ਜਿਹੜਾ ਬਿਗਰ ਵਾਲਾ ਨੰਬਰ ਹੁੰਦਾ ਹੈ ਉਹ ਐਲਸੀਐਮ ਬਣ ਜਾਂਦਾ ਹੈ, ਤੇ ਜਿਹੜਾ ਸਮੋਲਰ ਨੰਬਰ ਹੁੰਦਾ ਹੈ ਉਹ ਐਚਸੀਐਫ ਬਣ ਜਾਂਦਾ ਹੈ। ਜਿਵੇਂ 4 ਤੇ 8, ਇੱਕ ਨੰਬਰ ਤੁਹਾਨੂੰ ਪਤਾ ਦੂਸਰੇ ਨੰਬਰ 'ਚ ਕੀ ਹੋ ਗਿਆ? ਕੰਟੇਨ ਹੋ ਗਿਆ। ਇਹਨਾਂ ਦਾ ਐਲਸੀਐਮ ਜਿਹੜਾ ਆਊਗਾ ਉਹ 8 ਆਊਗਾ, ਜਿਹੜਾ ਇਹਨਾਂ ਦਾ ਐਚਸੀਐਫ ਆਊਗਾ ਉਹ ਕੀ ਆਊਗਾ? 4 ਆਊਗਾ। ਜਿਵੇਂ 10 ਤੇ 20, ਇਹਨਾਂ ਦਾ ਐਲਸੀਐਮ ਕੱਢਣਾ ਹੈ ਤਾਂ 10 2 ਆ 20, ਇੱਕ ਨੰਬਰ ਦੂਜੇ ਨੰਬਰ 'ਚ ਕੰਟੇਨ ਹੋ ਗਿਆ, ਇਹਨਾਂ ਦਾ ਜਿਹੜਾ ਐਲਸੀਐਮ ਆਊਗਾ 10 ਤੇ 20 ਦਾ ਦੈਟ ਇਜ਼ 20, ਤੇ ਜਿਹੜਾ ਐਚਸੀਐਫ ਆਊਗਾ ਦੈਟ ਇਜ਼ 10। ਆਈ ਹੋਪ ਦਿਸ ਇਜ਼ ਕਲੀਅਰ। ਤਾਂ ਮੈਂ ਆਹੀ ਲਿਖਿਆ ਹੈ ਕਿ ਦ ਨੰਬਰ ਆਲਵੇਜ਼ ਡਿਵਾਈਡ ਪਰਫੈਕਟਲੀ ਇਨਟੂ देयर ਐਲਸੀਐਮ। ਜਿਹੜੇ ਨੰਬਰਾਂ ਦਾ ਤੁਸੀਂ ਐਲਸੀਐਮ ਲੈਂਦੇ ਹੋ ਤਾਂ ਉਹ ਜਿਹੜੇ ਨੰਬਰ ਹੈ ਐਲਸੀਐਮ ਨੂੰ ਕੰਪਲੀਟਲੀ ਡਿਵਾਈਡ ਕਰਨਗੇ। ਸੈਕੰਡ ਪੁਆਇੰਟ ਇਜ਼ ਐਚਸੀਐਫ ਜਿਹੜਾ ਹੈਗਾ ਉਹ ਨੰਬਰਸ ਨੂੰ ਕੀ ਕਰੂਗਾ? ਕੰਪਲੀਟਲੀ ਡਿਵਾਈਡ ਕਰੂਗਾ, ਜਿਨ੍ਹਾਂ ਦਾ ਤੁਸੀਂ ਐਚਸੀਐਫ ਕੱਢ ਰਹੇ ਹੋ। ਥਰਡ ਪੁਆਇੰਟ ਇਜ਼
ਕਿ ਵਨ ਨੰਬਰ ਫਿਟ ਐਗਜ਼ੈਕਟਲੀ ਇਨਸਾਈਡ ਅਦਰ, ਅਗਰ ਇੱਕ ਨੰਬਰ ਜਿਹੜਾ ਹੈਗਾ ਉਹ ਦੂਸਰੇ ਦੇ ਅੰਦਰ ਫਿਟ ਹੋ ਜਾਂਦਾ ਹੈ ਐਗਜ਼ੈਕਟਲੀ, ਤਾਂ ਜਿਹੜਾ ਬਿਗਰ ਨੰਬਰ ਹੋਊਗਾ ਉਹ ਹਮਾਰਾ ਐਲਸੀਐਮ ਬਣ ਜਾਊਗਾ, ਜਿਹੜਾ ਸਮੋਲਰ ਨੰਬਰ ਹੋਊਗਾ ਉਹ ਐਚਸੀਐਫ ਬਣ ਜਾਊਗਾ। ओके, फोर्थ पॉइंट इज रिलेशन बिटवीन नंबर एंड देयर एलसीएम एंड एचसीएफ। तो अगर हमारे पास कोई मान लीजिए दो नंबर्स हैं ए और बी, तो उनके एलसीएम और एचसीएफ के अंदर क्या रिलेशन होगा? अगर हम उन दोनों नंबर्स का एचसीएफ निकाल लें और उन दोनों नंबर्स का एलसीएम निकाल लें और उनका प्रोडक्ट किसके बराबर आएगा? उन दोनों नंबर्स के प्रोडक्ट के इक्वल आएगा। ओके, सो नेक्स्ट टॉपिक इज एलसीएम एंड एचसीएफ वाया फैक्टराइजेशन। सो 10th बोर्ड एग्जाम ਲਈ ਬਹੁਤ ਇੰਪੋਰਟੈਂਟ ਟੌਪਿਕ ਹੈ ਕਿ ਐਲਸੀਐਮ ਤੇ ਐਚਸੀਐਫ ਨੂੰ ਆਪਾਂ ਹਮੇਸ਼ਾ ਉਦਾਂ ਨਹੀਂ ਕੱਢਾਂਗੇ ਜਿੱਦਾਂ ਆਪਾਂ ਪਹਿਲਾਂ ਸੋਲਵ ਕੀਤਾ ਸੀਗਾ। ਹੁਣ ਆਪਾਂ ਐਲਸੀਐਮ ਤੇ ਐਚਸੀਐਫ ਨੂੰ ਫੈਕਟਰਾਈਜ਼ੇਸ਼ਨ ਮੈਥਡ ਨਾਲ ਸੋਲਵ ਕਰਾਂਗੇ। ਜਿਵੇਂ ਆਪਾਂ ਐਲਸੀਐਮ ਕੱਢਣਾ ਹੈ ਤੇ ਐਚਸੀਐਫ ਕੱਢਣਾ ਹੈ 12 ਦਾ ਤੇ 18 ਦਾ। ਪਹਿਲਾਂ ਆਪਾਂ ਐਚਸੀਐਫ ਦੇਖਦੇ ਹਾਂ। ਤਾਂ ਐਚਸੀਐਫ ਲਈ ਸਭ ਤੋਂ ਪਹਿਲਾਂ 12 ਦੇ ਪ੍ਰਾਈਮ ਫੈਕਟਰਾਈਜ਼ੇਸ਼ਨ ਲਿਖ ਲਓ। 12 ਨੂੰ 2 ਨਾਲ ਡਿਵਾਈਡ ਕੀਤਾ ਤਾਂ ਆਊਗਾ 6, ਵਾਪਸ ਤੋਂ 2 ਨਾਲ ਡਿਵਾਈਡ ਕੀਤਾ ਤਾਂ ਆਊਗਾ 3, 3 ਨਾਲ ਡਿਵਾਈਡ ਕਰੋਗੇ ਤਾਂ ਆਊਗਾ 1, ਰਾਈਟ। तो 2 इंटू 2 इंटू 3, ओके। तो इदा ही 18 ਦੇ ਲਿਖ ਲਓ ਪ੍ਰਾਈਮ ਫੈਕਟਰਾਈਜ਼ੇਸ਼ਨ। 2 ਨਾਲ ਡਿਵਾਈਡ ਕਰਨਾ ਹੋਊਗਾ 2 9 जा 18, 3 3 जा 9, देन 3 ਨਾਲ ਵਾਪਸ ਡਿਵਾਈਡ ਕਰੋ, 3 1 जा 3, ਤਾਂ 2 इंटू 3 इंटू 3। ਸੋ ਐਚਸੀਐਫ ਲਈ ਕੀ ਕਰਨਾ ਹੁੰਦਾ ਹੈ ਕਿ ਟੇਕ ਦਾ ਸਮੋਲੈਸਟ ਪਾਵਰ ਆਫ ਈਚ ਕਾਮਨ ਪ੍ਰਾਈਮ। ਜਿਹੜੇ ਵੀ ਤੁਹਾਨੂੰ ਕਾਮਨ ਦਿਖ ਰਹੇ ਆ ਪ੍ਰਾਈਮ, ਉਹਨਾਂ ਦੀ ਸਮੋਲੈਸਟ ਪਾਵਰ ਲੈਣੀ ਹੈ। ਤਾਂ ਪ੍ਰਾਈਮ ਇਹਦੇ ਵਿੱਚ 2 ਇੱਕ ਕਾਮਨ ਦਿਖ ਰਿਹਾ ਹੈਗਾ, 3 ਵੀ ਕਾਮਨ ਦਿਖ ਰਿਹਾ, ਤਾਂ 2 ਦੀ ਸਮੋਲੈਸਟ ਪਾਵਰ ਕਿਹਦੇ ਵਿੱਚ ਹੈ? ਬਿਲੋ ਵਾਲੇ ਵਿੱਚ, 18 ਵਾਲੇ ਵਿੱਚ। ਤਾਂ 2 ਦੀ ਪਾਵਰ 1 ਲਈ ਇਹਨੂੰ ਕਿੰਨਾ ਮਲਟੀਪਲਾਈ ਕਰ ਦੇਣਾ ਹੈ? 3 ਦੀ ਪਾਵਰ ਕਿਹਦੇ ਵਿੱਚ ਸਭ ਤੋਂ ਸਮੋਲੈਸਟ ਹੈ? ਓਬਵੀਅਸਲੀ 12 ਵਾਲੇ ਵਿੱਚ। ਤਾਂ 3 ਦੀ ਪਾਵਰ 1 ਨਾਲ ਮਲਟੀਪਲਾਈ ਕੀਤਾ ਤਾਂ ਆਪਣੇ ਕੋਲ ਆਨਸਰ ਆ ਗਿਆ 6। ਇਦਾਂ ਹੀ ਅਗਰ ਆਪਾਂ ਐਲਸੀਐਮ ਕੱਢਣਾ ਹੈ ਤਾਂ ਤੁਸੀਂ ਕੀ ਕਰਨਾ ਹੈ? ਟੇਕ ਦਾ ਗ੍ਰੇਟੈਸਟ ਪਾਵਰ ਆਫ ਐਵਰੀ ਪ੍ਰਾਈਮ ਇਨਵੋਲਵ। ਜਿਹੜੇ ਵੀ ਉੱਥੇ ਪ੍ਰਾਈਮ ਹੈਗੇ ਆ 12 ਤੇ 18 ਵਿੱਚ, ਤੁਸੀਂ ਕਾਮਨ ਨਹੀਂ ਦੇਖਣੀ ਇਸ ਗੇੜੀ, ਤੁਸੀਂ ਦੇਖਣੀ ਹੈ ਜਿਹੜੇ ਵੀ ਪ੍ਰਾਈਮ ਹੈਗੇ ਆ ਉਹਨਾਂ ਦੀ ਹਾਈਐਸਟ ਪਾਵਰ ਲੈਣੀ ਹੈ। ਤਾਂ ਜਿਵੇਂ 2 ਦੀ ਹਾਈਐਸਟ ਪਾਵਰ ਲੈਣੀ ਹੈ ਤਾਂ 2 ਦੀ ਹਾਈਐਸਟ ਪਾਵਰ ਕਿੰਨੀ ਚੱਲ ਰਹੀ ਹੈ? 2 ਦੀ ਪਾਵਰ 2, ਰਾਈਟ। ਤੇ 3 ਦੀ ਕਿੰਨੀ ਹਾਈਐਸਟ ਪਾਵਰ ਚੱਲ ਰਹੀ ਹੈ ਦੋਨਾਂ ਵਿੱਚ? ਬਿਲੋ ਵਾਲੇ ਵਿੱਚ ਚੱਲ ਰਹੀ ਹੈ 3 ਦੀ ਪਾਵਰ 2, ਤਾਂ 3 ਦੀ ਪਾਵਰ 2, ਤਾਂ 4 into 9 that is 36। So pause this video to note it down, then we move to next slide। ਓਕੇ, ਸੋ ਆਪਾਂ ਹੁਣ ਐਲਸੀਐਮ ਤੇ ਐਚਸੀਐਫ ਫਾਈਂਡ ਆਊਟ ਕਰਾਂਗੇ 12 ਤੇ 15 ਦਾ। ਇਹ ਜਿਹੜਾ ਕੁਐਸਚਨ ਹੈ ਮੋਸਟ ਇੰਪੋਰਟੈਂਟ ਹੈ, ਜਿਹਦੇ ਨਾਲ ਸਾਰੇ ਕਨਸੈਪਟ ਕਲੀਅਰ ਹੋ ਜਾਂਦੇ ਆ। ਜਿਵੇਂ 12 ਹੈ, 12 ਨੂੰ ਲਿਖ ਸਕਦੇ ਹਾਂ 2 into 2 into 3, ਰਾਈਟ। 2 ਦੀ ਪਾਵਰ 2 ਐਂਡ 3 ਦੀ ਪਾਵਰ 1। ਇੱਦਾਂ ਹੀ 15 ਨੂੰ ਲਿਖ ਸਕਦੇ ਹਾਂ ਆਪਾਂ 3 into 5 ਯਾਨੀ 3 ਦੀ ਪਾਵਰ 1 ਤੇ 5 ਦੀ ਪਾਵਰ ਵੀ 1। ਤਾਂ ਇਹਦੇ ਵਿੱਚ ਐਚਸੀਐਫ ਫਾਈਂਡ ਆਊਟ ਕਰੀਏ, ਹਾਈਐਸਟ ਕਾਮਨ ਫੈਕਟਰ ਅਗਰ ਆਪਾਂ ਨੂੰ ਫਾਈਂਡ ਆਊਟ ਕਰਨਾ ਹੈ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਕਿ ਟੇਕ ਦਾ ਸਮੋਲੈਸਟ ਪਾਵਰ ਆਫ ਈਚ ਕਾਮਨ ਪ੍ਰਾਈਮ। ਜਿਹੜੇ ਵੀ ਕਾਮਨ ਪ੍ਰਾਈਮਸ ਹੈ ਉਹਨਾਂ ਦੀ ਸਮੋਲੈਸਟ ਪਾਵਰ ਤੁਸੀਂ ਲੈਣੀ ਹੈ। ਇਹਦੇ ਵਿੱਚ ਦੇਖੋ 2 ਇਹਦੇ ਵਿੱਚ ਕਾਮਨ ਨਹੀਂ ਗਾ, ਇਹਦੇ ਵਿੱਚ 3 ਹੈਗਾ, ਇਹਦੇ ਵਿੱਚ ਵੀ 3 ਹੈਗਾ, ਤਾਂ ਇਹਨਾਂ ਵਿੱਚੋਂ ਸਭ ਤੋਂ ਸਮੋਲੈਸਟ ਪਾਵਰ ਕਿੰਨੀ ਹੈ? 3 ਦੀ, ਦੈਟ ਇਜ਼ 3 ਦੀ ਪਾਵਰ 1, ਤਾਂ ਆਨਸਰ ਆ ਗਿਆ 3, ਰਾਈਟ। ਐਲਸੀਐਮ ਵਿੱਚ ਐਵੇਂ ਨਹੀਂ ਕਰਨਾ, ਐਲਸੀਐਮ ਵਿੱਚ ਆਪਾਂ ਨੂੰ ਕੀ ਕਰਨਾ ਹੈ? ਗ੍ਰੇਟੈਸਟ ਪਾਵਰ ਲੈਣੀ ਹੈ ਹਰ ਇੱਕ ਪ੍ਰਾਈਮ ਦੀ ਜਿਹੜਾ ਵੀ ਇਨਵੋਲਵ ਹੈ। ਜਿਵੇਂ ਇਹਦੇ ਵਿੱਚ 2 ਦੀ ਪਾਵਰ 2 ਹੈਗਾ, ਪਰ ਬਿਲੋ ਵਾਲੇ ਵਿੱਚ ਤਾਂ 2 ਹੈ ਹੀ ਨਹੀਂ, ਇਨਵੋਲਵ ਹੀ ਨਹੀਂਗਾ। ਬਟ ਆਪਾਂ ਨੂੰ ਕੀ ਕਰਨੀ ਹੈ? ਜਿਹੜਾ ਵੀ ਤੁਹਾਨੂੰ ਪ੍ਰਾਈਮ ਮਿਲੂਗਾ ਉਹਦੀ ਹਾਈਐਸਟ ਪਾਵਰ ਲੈਣੀ ਹੈ। ਤਾਂ 2 ਦੀ ਪਾਵਰ ਇਹਦੇ ਵਿੱਚ ਕੀ ਕਰਾਂਗੇ ਆਪਾਂ? 2 ਕੰਸੀਡਰ ਕਰ ਲਾਂਗੇ। ਜਿਵੇਂ ਇਹਦੇ ਵਿੱਚ 3 ਹੈ ਦੀ ਪਾਵਰ 1 ਹੈ ਤਾਂ 3 ਦੀ ਪਾਵਰ 1 ਹੀ ਆ ਜਾਊਗੀ। ਤਾਂ ਜਿਵੇਂ ਲਾਸਟ ਇੱਕ 5 ਹੈਗਾ ਆਪਣੇ ਕੋਲ ਪ੍ਰਾਈਮ, ਤਾਂ 5 ਅਪਰ ਵਾਲੇ ਵਿੱਚ ਪ੍ਰਾਈਮ ਆਪਣੇ ਕੋਲ ਹੈ ਨਹੀਂ, ਲੇਕਿਨ ਆਪਾਂ ਨੂੰ 5 ਦੀ ਕੀ ਕਰਨੀ ਹੈ? ਹਾਈਐਸਟ ਪਾਵਰ ਕੰਸੀਡਰ ਕਰਨੀ ਹੈ। ਤਾਂ 5 ਦੀ ਪਾਵਰ ਕਿੰਨੀ ਆ ਗਈ? 1 ਆ ਗਈ। ਤਾਂ 2 ਦੀ ਪਾਵਰ 2 ਕਿੰਨਾ ਹੁੰਦਾ? 4, 3 ਦੀ ਪਾਵਰ 1 ਕਿੰਨਾ ਹੁੰਦਾ? 3, 5 ਦੀ ਪਾਵਰ 1 5, प्रोडक्ट करांगे आंसर कितना आ जाऊगा 60। तो 12 और 15 ਦਾ ਜਿਹੜਾ HCF ਆਊਗਾ 3 ਤੇ ਜਿਹੜਾ LCM ਆਊ ਕਿੰਨਾ ਆਊਗਾ 60। ਤਾਂ ਇਹਦਾ ਮਤਲਬ 12 ਤੇ 15 ਦਾ LCM ਕਿੰਨਾ ਆਇਆ 60, ਜਿਹੜਾ ਕਿ ਇਹਨਾਂ ਦੋਨਾਂ ਤੋਂ ਹਮੇਸ਼ਾ ਵੱਡਾ ਰਹੂਗਾ ਕਿਉਂਕਿ ਇੱਕ ਨੰਬਰ ਦੂਸਰੇ ਨੰਬਰ 'ਚ ਕੰਟੇਨ ਨਹੀਂ ਕਰ ਰਿਹਾ। ਤੇ ਜਿਹੜਾ LCM ਇਹਨਾਂ ਤੋਂ ਹਮੇਸ਼ਾ ਛੋਟਾ ਰਹੂਗਾ ਦੈਟ ਇਜ਼ 3। ਤੇ ਜਿਹੜੇ 12 ਤੇ 15 ਆ ਉਹ 60 ਨੂੰ ਐਗਜ਼ੈਕਟਲੀ ਡਿਵਾਈਡ ਕਰਨਗੇ ਤੇ ਜਿਹੜਾ HCF ਹੈ ਉਹ ਹਮੇਸ਼ਾ ਦੋਨਾਂ ਨੰਬਰਸ ਨੂੰ ਐਗਜ਼ੈਕਟਲੀ ਡਿਵਾਈਡ ਕਰੂਗਾ। I hope this is clear. So pause this video to note it down, then we move to next slide. The last topic is theorem. One important theorem. Theorem कहती है कि P be a prime number if P divide A square, then P divides A.
यानी कि p अपने कोल एक प्राइम नंबर है, मान लेने प्राइम नंबर है 2 ਤੇ ਆਪਣੇ ਕੋਲ a ਜਿਹੜੀ ਹੈਗਾ a ਹੈਗਾ ਉਹ ਹੈਗਾ ਮੰਨ ਲੈਨੇ 8 ਤੇ ਜਿਹੜਾ a ਦਾ ਸਕੁਆਇਰ ਹੈਗਾ ਉਹ ਕਿੰਨਾ ਹੈਗਾ 8 a ਦਾ ਸਕੁਆਇਰ ਯਾਨੀ ਕਿ 8 ਦਾ ਸਕੁਆਇਰ 64 ਤੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਪ੍ਰਾਈਮ ਨੰਬਰ ਹੈ ਆਪਣਾ ਅਗਰ ਉਹ a ਸਕੁਆਇਰ ਨੂੰ ਡਿਵਾਈਡ ਕਰ ਰਿਹਾ ਹੈ ਤਾਂ ਪੱਕਾ ਉਹ ਕੀ ਕਰੂਗਾ a ਨੂੰ ਵੀ ਡਿਵਾਈਡ ਕਰੂਗਾ। ਫੋਰ ਐਗਜ਼ਾਮਪਲ ਜਿਵੇਂ 2 ਹੈ 2 64 ਨੂੰ ਡਿਵਾਈਡ ਕਰ ਰਿਹਾ ਹੈ ਯਾਨੀ a ਸਕੁਆਇਰ ਨੂੰ ਡਿਵਾਈਡ ਕਰ ਰਿਹਾ ਹੈ ਤਾਂ ਪੱਕੀ ਗੱਲ ਹੈ ਉਹ 8 ਨੂੰ ਵੀ ਡਿਵਾਈਡ ਕਰੂਗਾ। ਜਿਵੇਂ ਕੋਈ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ ਆਪਾਂ ਐਗਜ਼ਾਮਪਲ ਫਰਸਟ ਦਿਸ ਇਜ਼ ਸੈਕਿੰਡ ਜਿਵੇਂ 3 ਹੈ ਮੰਨ ਲੈਂਦੇ ਹਾਂ ਉਹ ਡਿਵਾਈਡ ਕਰ ਰਿਹਾ ਹੈਗਾ 81 ਨੂੰ ਕੀ ਆ ਕਿਸੇ ਦਾ ਸਕੁਆਇਰ ਹੈਗਾ ਹਾਂਜੀ ਆ ਕਿਹਦਾ ਸਕੁਆਇਰ ਹੈ a ਅਗਰ ਆਪਾਂ 9 ਲੈਟ ਕਰ ਲੈਂਦੇ ਹਾਂ ਤਾਂ 3 ਅਗਰ 81 ਨੂੰ ਡਿਵਾਈਡ ਕਰ ਰਿਹਾ ਤਾਂ 3 ਕਿਹਨੂੰ ਡਿਵਾਈਡ ਕਰੂਗਾ 9 ਨੂੰ ਵੀ ਡਿਵਾਈਡ ਕਰੂਗਾ। So thank you watching my video. If you like my video, please like, share and subscribe to my channel.